ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਡੋਨਲਡ ਟਰੰਪ, ਕਮਲਾ ਹੈਰਿਸ, ਜੋ ਬਾਈਡਨ, ਬਸ ਇਹੀ ਤਿੰਨ ਨਾਂ ਸਾਡੇ ਦਿਮਾਗ ਦੇ ਵਿੱਚ ਚੱਲਦੇ ਪਏ ਨੇ ਕਈ ਦਿਨਾਂ ਤੋਂ, ਬਲਕਿ ਪੂਰੀ ਦੁਨੀਆ ਦੇ ਦਿਮਾਗ ਦੇ ਵਿੱਚ ਇਹੀ ਤਿੰਨ ਨਾਂ ਬਾਰ-ਬਾਰ ਗੂੰਜਦੇ ਪਏ ਨੇ। ਜੋ ਬਾਈਡਨ ਆਪਣੇ ਐਡਰੈਸ ਦੇ ਵਿੱਚ ਕਹਿੰਦੇ ਨੇ, ਜਦੋਂ ਇਲੈਕਸ਼ਨਸ ਦਾ ਰਿਜ਼ਲਟ ਆ ਗਿਆ, ਪੂਰੇ ਅਮਰੀਕਾ ਦੇ ਸਮਾਜ ਨੂੰ ਐਡਰੈਸ ਕਰਦੇ ਹੋਏ ਕਹਿੰਦੇ ਨੇ ਕਿ ਮੈਂ ਡੋਨਲਡ ਟਰੰਪ ਨਾਲ ਵੀ ਗੱਲ ਕੀਤੀ ਹੈ ਤੇ ਮੈਂ ਕਮਲਾ ਹੈਰਿਸ ਨਾਲ ਵੀ ਗੱਲ ਕੀਤੀ ਹੈ। ਮੈਂ ਡੋਨਲਡ ਟਰੰਪ ਨੂੰ ਸੱਦਾ ਦਿੱਤਾ ਵਾਈਟ ਹਾਊਸ ਆਉਣ ਦਾ, ਔਰ ਇਹ ਪ੍ਰੋਮਿਸ ਆ ਕਿ ਜੋ ਵੀ ਟ੍ਰਾਂਸਫਰ ਆਫ ਪਾਵਰਸ ਹੋਣੀਆਂ ਨੇ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਹੋਣਗੀਆਂ, ਔਰ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਅਮਰੀਕਾ ਨੂੰ ਬਹੁਤ ਅੱਗੇ ਲੈ ਕੇ ਜਾਓਗੇ। ਜੋ ਤੁਹਾਡਾ ਵਿਜ਼ਨ ਹੈ ਉਹਦੇ ਵਾਸਤੇ ਆਲ ਦਾ ਬੈਸਟ ਕਿਹਾ ਹੈ ਜੋ ਬਾਈਡਨ ਨੇ ਡੋਨਲਡ ਟਰੰਪ ਨੂੰ। ਠੀਕ ਹੈ, ਕਿਉਂਕਿ ਸਾਰੇ ਅਮਰੀਕਨਸ ਨੇ ਔਰ ਸਭ ਨੂੰ ਮਿਲ ਜੁਲ ਕੇ ਹੀ ਆਪਣੇ ਦੇਸ਼ ਨੂੰ ਗ੍ਰੇਟ ਬਣਾਉਣਾ ਹੈ। ਇਲੈਕਸ਼ਨਸ ਹੋ ਗਈਆਂ, ਸਾਰੀ ਗੱਲਬਾਤ ਹੋ ਗਈ, ਇੱਕ ਦੂਜੇ ਨੂੰ ਜੋ ਕਹਿਣਾ ਸੀ ਕਹਿ ਲਿਆ, ਇੱਕ ਦੂਜੇ ਤੋਂ ਜੋ ਸੁਣਨਾ ਸੀ ਸੁਣ ਲਿਆ। ਹੁਣ ਗੱਲ ਖਤਮ ਕਰੀਏ, ਹੁਣ ਤੇ ਫੈਸਲਾ ਹੋ ਗਿਆ। ਹੁਣ ਫਰੈਂਡਸ ਬਣ ਕੇ, ਫਰੈਂਡਸ ਦੀ ਤਰ੍ਹਾਂ ਔਰ ਫਰੈਂਡਸ ਬਣ ਕੇ ਹੀ ਅੱਗੇ ਵਧਿਆ ਜਾ ਸਕਦਾ ਹੈ। ਔਰ ਕਮਲਾ ਹੈਰਿਸ ਨੂੰ ਵੀ ਉਹਨਾਂ ਨੇ ਕਿਹਾ ਕਿ ਬਹੁਤ ਬਹੁਤ ਵਧਾਈ, ਕਿ ਬਹੁਤ ਵਧੀਆ ਲੜਾਈ ਲੜੀ, ਬਹੁਤ ਵਧੀਆ ਮੁਹਿੰਮ ਲੜੀ। ਠੀਕ ਹੈ, ਜਿੱਤਣਾ ਹਾਰਨਾ ਲੱਗਿਆ ਰਹਿੰਦਾ, ਇਟ ਇਜ਼ ਦ ਪਾਰਟ ਆਫ ਲਾਈਫ। ਇਹੀ ਗੇਮ ਹੈ, ਕਦੀ ਹਾਰਨਾ ਤੇ ਕਦੀ ਜਿੱਤਣਾ। ਸੋ ਹੁਣ ਇਹ ਦੇਖਣਾ ਹੈ ਕਿ ਇਹ ਰੇਸ ਕੰਪਲੀਟ ਹੋ ਗਈ ਆ, ਹੁਣ ਅੱਗੇ ਕੀ? ਹੁਣ ਡੋਨਲਡ ਟਰੰਪ ਅੱਗੇ ਕੀ ਕਰਨਗੇ ਆਪਣੀ ਸੈਕਿੰਡ ਟਰਮ ਦੇ ਵਿੱਚ? ਮੇਨ ਗੱਲ ਤਾਂ ਇਹੀ ਹੈ। ਹੁਣ ਜੋ ਬਾਈਡਨ ਆਪਣਾ ਫਰਜ਼ ਅਦਾ ਕਰ ਰਹੇ ਨੇ, ਹਿਲੇਰੀ ਕਲਿੰਟਨ ਆਪਣਾ ਫਰਜ਼ ਅਦਾ ਕਰ ਰਹੇ ਨੇ, ਬਰਾਕ ਓਬਾਮਾ ਆਪਣਾ ਫਰਜ਼ ਅਦਾ ਕਰ ਰਹੇ ਨੇ, ਕਮਲਾ ਹੈਰਿਸ ਆਪਣਾ ਫਰਜ਼ ਅਦਾ ਕਰ ਰਹੇ ਨੇ। ਹੁਣ ਡੋਨਲਡ ਟਰੰਪ ਨੇ ਆਪਣਾ ਫਰਜ਼ ਅਦਾ ਕਰਨਾ ਹੈ। ਹਿਲੇਰੀ ਕਲਿੰਟਨ ਦੀ ਗੱਲ ਮੈਂ ਕਿਉਂ ਕੀਤੀ? ਕਿਉਂਕਿ ਕੁਝ ਲੋਕ ਡੈਮੋਕ੍ਰੇਟਸ ਵਾਲੇ ਗੱਲ ਕਹਿ ਰਹੇ ਨੇ ਕਿ ਹੁਣ ਡੈਮੋਕ੍ਰੇਟਸ ਐਗਜ਼ਾਈਲ ਵਿੱਚ ਜਾ ਰਹੇ ਨੇ, ਔਰ ਇਸ ਵਕਤ ਉਹਨਾਂ ਨੂੰ ਕੌਣ ਲੀਡ ਕਰੇਗਾ? ਉਹਨਾਂ ਨੂੰ ਬਿਲ ਕਲਿੰਟਨ ਵਰਗਾ ਇੱਕ ਹੀਰੋ ਚਾਹੀਦਾ, ਜਿਨ੍ਹਾਂ ਨੇ 1990 ਦੇ ਵਿੱਚ ਕਮਾਲ ਕੀਤੀ ਤੇ ਪੂਰੇ ਵਰਕਿੰਗ ਗਰੁੱਪਸ ਨੂੰ ਲਿਆ ਕੇ ਇਕੱਠਾ ਖੜੇ ਕਰ ਦਿੱਤਾ ਤੇ ਜਿੱਤ ਹਾਸਿਲ ਕੀਤੀ ਡੈਮੋਕ੍ਰੇਟਸ ਦੇ ਲਈ। ਇਸ ਕਰਕੇ ਮੈਂ ਹਿਲੇਰੀ ਕਲਿੰਟਨ ਦਾ ਨਾਂ ਲਿੱਤਾ, ਕਿਉਂਕਿ ਉਹਨਾਂ ਨੇ ਵੀ ਪ੍ਰੈਜ਼ੀਡੈਂਟ ਦੀ ਰੇਸ ਵਾਸਤੇ ਕਾਫੀ ਜ਼ਿਆਦਾ ਜਦੋਜਹਿਦ ਕੀਤੀ ਆ, ਔਰ ਉਹ ਵੀ ਡੋਨਲਡ ਟਰੰਪ ਦੇ ਖਿਲਾਫ, ਪਰ ਉਹ ਹਾਰੇ ਜਦੋਂ 2016 ਦੇ ਵਿੱਚ ਡੋਨਲਡ ਟਰੰਪ ਬਣਦੇ ਨੇ ਪ੍ਰੈਜ਼ੀਡੈਂਟ ਆਫ ਅਮਰੀਕਾ। ਤਾਂ ਕਿਹਾ ਜਾਂਦਾ ਹੈ ਕਿ ਬਿਲ ਕਲਿੰਟਨ ਦੇ ਪਿੱਛੇ ਹਿਲੇਰੀ ਕਲਿੰਟਨ, ਕਿਉਂਕਿ ਆਪਾਂ ਅਕਸਰ ਮੰਨਦੇ ਹਾਂ ਕਿ ਹਰ ਕਾਮਯਾਬ ਮਰਦ ਦੇ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ। ਸੋ ਹੁਣ ਇਹ ਗੱਲਾਂ ਸਾਰੀਆਂ ਹਿਸਟਰੀ ਨੇ, ਹੁਣ ਇਹ ਗੱਲਾਂ ਸਾਰੀਆਂ ਮਤਲਬ ਜਿੰਨੀ ਵਾਰ ਮਰਜ਼ੀ ਕਰੀ ਜਾਓ, ਇਹਦੇ ਵਿੱਚੋਂ ਇਹ ਸਿੱਖਿਆ ਨਿਕਲੇਗੀ ਕਿ ਅੱਗੇ ਤੋਂ ਹੋਰ ਤੁਸੀਂ ਇਹਤਿਆਤ ਨਾਲ, ਹੋਰ ਤੁਸੀਂ ਵਧੀਆ ਤਰੀਕੇ ਨਾਲ ਆਪਣੀ ਕੈਂਪੇਨਸ, ਆਪਣਾ ਫਰਜ਼ ਨਿਭਾਓ। ਸੋ ਇਸ ਵਕਤ ਜੋ ਇੱਕ ਨਵਾਂ ਇੱਕ ਪੁਆਇੰਟ ਉੱਠਿਆ ਕਿ ਬਿਲ ਕਲਿੰਟਨ ਵਰਗਾ ਇੱਕ ਬੰਦਾ ਚਾਹੀਦਾ ਹੈ ਡੈਮੋਕ੍ਰੇਟਸ ਨੂੰ। ਹੁਣ ਇਸ ਦਾ ਕੀ ਬਦਲ ਹੋਏਗਾ, ਇਸ ਦਾ ਕੀ ਜਵਾਬ ਹੋਏਗਾ, ਇਹ ਤਾਂ ਡੈਮੋਕ੍ਰੇਟਸ ਨੇ ਦੇਖਣਾ ਹੈ। ਹੁਣ ਸਭ ਤੋਂ ਵੱਡਾ ਕੁਐਸਚਨ ਇਹ ਹੈ ਕਿ ਡੈਮੋਕ੍ਰੇਟਸ ਹੁਣ ਪਾਵਰ ਦੇ ਵਿੱਚ ਨਹੀਂ ਹੈਗੇ, ਐਗਜ਼ਾਈਲ ਦੇ ਵਿੱਚ ਜਾ ਰਹੇ ਨੇ। ਇਹ ਟਰਮੀਨੋਲੋਜੀ ਵੱਡੇ ਵੱਡੇ ਨਿਊਜ਼ਪੇਪਰਸ ਇਸਤੇਮਾਲ ਕਰ ਰਹੇ ਨੇ, ਐਗਜ਼ਾਈਲ, ਯੈਸ। ਤਾਂ ਫਿਰ ਇਸ ਸਮੇਂ ਦੇ ਵਿੱਚ, ਇਸ ਪੀਰੀਅਡ ਦੇ ਦੌਰਾਨ ਉਹਨਾਂ ਨੂੰ ਗਵਰਨ ਕੌਣ ਕਰੇਗਾ, ਉਹਨਾਂ ਨੂੰ ਲੀਡ ਕੌਣ ਕਰੇਗਾ? ਕਿਉਂਕਿ ਕੁਝ ਲੋਕ ਜੋ ਬਾਈਡਨ ਦੇ ਉੱਤੇ ਉਂਗਲ ਕਰਦੇ ਪਏ ਨੇ ਕਿ ਕਮਲਾ ਹੈਰਿਸ ਨੂੰ ਚੁਣਨਾ ਆਪਣੇ ਉੱਤਰਾਧਿਕਾਰੀ ਦੇ ਰੂਪ ਦੇ ਵਿੱਚ ਇੱਕ ਸਹੀ ਫੈਸਲਾ ਨਹੀਂ ਸੀ। ਕਮਲਾ ਹੈਰਿਸ ਨੂੰ ਚੁਣਨਾ ਕਿ ਉਹ ਬਣਨ ਅਮਰੀਕਾ ਦੀ ਫਰਸਟ ਲੇਡੀ ਪ੍ਰੈਜ਼ੀਡੈਂਟ, ਇੱਕ ਹਿਸਟਰੀ ਕ੍ਰੀਏਟ ਹੋਵੇ, ਇਹ ਸੋਚ ਕੇ ਸ਼ਾਇਦ, ਜਾਂ ਕੋਈ ਹੋਰ ਵੀ ਕਾਰਨ ਹੋਣਗੇ ਜਿਨ੍ਹਾਂ ਨੂੰ ਸੋਚ ਕੇ ਸ਼ਾਇਦ ਜੋ ਬਾਈਡਨ ਨੇ ਜਾਂ ਉਹਨਾਂ ਦੀ ਟੀਮ ਨੇ ਇਹ ਫੈਸਲਾ ਲਿੱਤਾ, ਵਾਟ ਐਵਰ, ਬਟ ਇਹ ਐਕਸਪੈਰੀਮੈਂਟ ਕਾਮਯਾਬ ਨਹੀਂ ਹੋ ਸਕਿਆ। ਹੁਣ ਇਹਦੇ ਉੱਤੇ ਕਈ ਗੱਲਾਂ, ਕਈ ਬਾਤਾਂ ਹੋ ਸਕਦੀਆਂ ਨੇ ਕਿ ਜੋ ਬਾਈਡਨ ਨੇ ਕਮਲਾ ਹੈਰਿਸ ਨੂੰ ਐਂਡੋਰਸ ਕਿਉਂ ਕੀਤਾ। ਕੁਝ ਮੁੱਦੇ ਇੰਡੀਆ ਇੰਟਰਨੈਸ਼ਨਲ ਦੇ ਵਿੱਚ ਜੋ ਸਾਡੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਦੇ ਪਏ ਨੇ। ਸੋ ਮੇਨ ਧਿਆਨ ਇਹ ਜਾਂਦਾ ਅਮਰੀਕਨ ਸੋਸਾਇਟੀ ਦੇ ਉੱਤੇ, ਔਰ ਪੂਰੀ ਦੁਨੀਆ ਦੇ ਵਿੱਚ ਇਹ ਡਿਬੇਟ ਚੱਲਦੀ ਪਈ ਹੈ ਕਿ ਕੀ ਕੋਈ ਲੇਡੀ, ਕੀ ਕੋਈ ਔਰਤ ਪ੍ਰੈਜ਼ੀਡੈਂਟ ਆਫ ਅਮਰੀਕਾ ਨਹੀਂ ਬਣ ਸਕਦੀ? ਮਤਲਬ ਇਹ ਸੋਚ ਹੈ, ਮੈਂਟੈਲਿਟੀ ਹੈ ਅਮਰੀਕਨ ਸੋਸਾਇਟੀ ਦੀ। ਮਤਲਬ ਇਹ ਤਮਾਮ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਪਈਆਂ ਨੇ ਕਿ ਮਰਦ ਪ੍ਰਧਾਨ, ਕਿਉਂਕਿ ਕਈ ਵਾਰ ਗੱਲ ਹੁੰਦੀ ਹੈ ਜਦੋਂ ਆਮ ਜਨਤਾ ਨੂੰ ਪੁੱਛਿਆ ਜਾਂਦਾ ਤੇ ਉਹ ਕਹਿੰਦੇ ਨੇ ਕਿ ਜਦੋਂ
ਲੜਾਈਆਂ ਦੀ ਗੱਲ ਹੁੰਦੀ ਹੈ, ਪ੍ਰੈਸ਼ਰਸ ਦੀ ਗੱਲ ਹੁੰਦੀ ਹੈ, ਪੂਰੀ ਦੁਨੀਆ ਦਾ ਸਾਹਮਣਾ ਕਰਨ ਦੀ ਗੱਲ ਹੁੰਦੀ ਹੈ, ਤਾਂ ਉੱਥੇ ਇੱਕ ਮਰਦ ਚਾਹੀਦਾ, ਔਰਤ ਨਹੀਂ ਕਰ ਸਕਦੀ। ਮਤਲਬ ਇਸ ਤਰ੍ਹਾਂ ਦੀ ਸੋਚ ਵੀ ਸਾਹਮਣੇ ਆਉਂਦੀ ਹੈ। ਕੁੱਲ ਮਿਲਾ ਕੇ ਗੱਲ ਇਹ ਆ ਕਿ ਡਿਬੇਟ ਇਹ ਸ਼ੁਰੂ ਹੋ ਚੁੱਕੀ ਹੈ ਕਿ ਸਿਵਲਾਈਜ਼ਡ ਸੋਸਾਇਟੀ ਅਮਰੀਕਾ ਔਰ ਉਹਦੇ ਵਿੱਚ ਲੇਡੀਜ਼ ਦਾ ਕੀ ਸਥਾਨ ਹੈ। ਹਾਲਾਂਕਿ ਇਹ ਤਾਂ ਫੇਅਰ ਐਂਡ ਫ੍ਰੀ ਇਲੈਕਸ਼ਨਸ ਨੇ, ਇਹਦੇ ਵਿੱਚ ਤਾਂ ਕੋਈ ਇੱਦਾਂ ਦੀ ਗੱਲ ਹੈ ਨਹੀਂ, ਪਰ ਪਿੱਛੇ ਇਹਦੇ ਜਿਹੜੀ ਸੋਚ ਹੈ ਕਿ ਵੋਟਰਸ ਦੀ ਮੈਂਟੈਲਿਟੀ ਕੀ ਹੈ, ਵੋਟਰਸ ਕੀ ਦੇਖ ਕੇ ਵੋਟ ਪਾਉਂਦੇ ਨੇ, ਕਿ ਵਾਕਈ ਹੀ ਇਹ ਵੋਟਿੰਗ ਦੇ ਵਿੱਚ ਜੈਂਡਰ ਬੇਸਡ ਇੱਕ ਇਸ਼ੂ ਰਿਹਾ ਹੈ ਕਿ ਮਰਦ ਨੂੰ ਵੋਟ ਪਾਉਣੀ ਹੈ ਕਿ ਔਰਤ ਨੂੰ ਵੋਟ ਪਾਉਣੀ ਹੈ। ਕਿਉਂਕਿ ਆਪਾਂ ਇੱਕ ਪੁਆਇੰਟ ਲਿੱਤਾ ਸੀ ਕੁਝ ਦਿਨ ਪਹਿਲਾਂ ਕਿ 30 ਸਾਲ ਤੋਂ ਘੱਟ ਉਮਰ ਦੇ ਜਿਹੜੇ ਨੌਜਵਾਨ ਨੇ ਉਹ ਕੁੜੀਆਂ ਕਮਲਾ ਹੈਰਿਸ ਨੂੰ ਸਪੋਰਟ ਕਰਦੀਆਂ ਨੇ, ਮੁੰਡੇ ਡੋਨਲਡ ਟਰੰਪ ਨੂੰ ਸਪੋਰਟ ਕਰਦੇ ਨੇ। ਪਰ ਇਹਦੇ 'ਚ ਕੋਈ ਲੌਜਿਕ ਨਹੀਂ ਹੈ। ਲੌਜਿਕ ਜੈਂਡਰ ਬੇਸਡ ਦਾ ਲੌਜਿਕ ਨਹੀਂ ਹੋ ਸਕਦਾ। ਲੌਜਿਕ ਤੇ ਕਾਬਲੀਅਤ ਹੁੰਦੀ ਹੈ ਕਿ ਕੌਣ ਕਾਬਿਲ ਹੈ ਤੇ ਕੌਣ ਨਹੀਂ ਹੈ, ਕਿਹਨੂੰ ਤੁਸੀਂ ਆਪਣਾ ਲੀਡਰ ਬਣਾਉਣਾ ਹੈ ਆਉਣ ਵਾਲੇ 4 ਸਾਲਾਂ ਵਾਸਤੇ। ਸੋ ਇਹਦੇ ਵਿੱਚ ਜੈਂਡਰ ਇਸ਼ੂ ਨੇ ਕੋਈ ਕੰਮ ਕੀਤਾ ਹੈ, ਇਹਦੇ ਉੱਤੇ ਵੀ ਡਿਬੇਟ ਚੱਲਦੀ ਪਈ ਹੈ ਕਿ ਮਰਦ ਤੇ ਔਰਤ, ਇਹ ਵੀ ਇੱਕ ਇਸ਼ੂ ਹੋ ਸਕਦਾ। ਸੋ ਇਹ ਤਮਾਮ ਗੱਲਾਂ ਨੇ, ਹੁਣ ਜਿੰਨੇ ਮਰਜ਼ੀ ਐਂਗਲ ਕੱਢੀ ਜਾਓ, ਗੱਲ ਤਾਂ ਇਹ ਹੈ ਕਿ ਡੋਨਲਡ ਟਰੰਪ ਹੁਣ ਇਲੈਕਟ ਹੋ ਚੁੱਕੇ ਨੇ ਨਾ, ਪ੍ਰੈਜ਼ੀਡੈਂਟ ਆਫ ਅਮਰੀਕਾ। ਉਹਨਾਂ ਨੇ ਆ ਕੇ ਚਾਰਜ ਲੈਣਾ ਹੈ ਜਨਵਰੀ ਦੇ ਵਿੱਚ, ਔਰ ਜੋ ਬਾਈਡਨ ਉਹਨਾਂ ਨੂੰ ਚਾਰਜ ਦੇਣ ਵਾਸਤੇ ਸਾਰੀ ਤਿਆਰੀ ਕਰ ਰਹੇ ਨੇ। ਸੋ ਇਹ ਡੋਨਲਡ ਟਰੰਪ ਦੀ ਹੁਣ ਨੈਕਸਟ ਮੀਟਿੰਗ ਹੋਣੀ ਹੈ, ਜੋ ਬਾਈਡਨ ਉਹਨਾਂ ਨੂੰ ਸੱਦਾ ਦੇ ਚੁੱਕੇ ਨੇ, ਉੱਥੇ ਜਾ ਕੇ ਉਹਨਾਂ ਨੇ ਸਾਰੀ ਗੱਲਬਾਤ ਕਰਨੀ ਹੈ। ਨਾਓ ਦ ਥਿੰਗ ਇਜ਼ ਕਿ ਆਪਣੀ ਸੈਕਿੰਡ ਟਰਮ ਦੇ ਵਿੱਚ ਡੋਨਲਡ ਟਰੰਪ ਕੀ ਕਰਨਗੇ, ਇਹ ਸਭ ਦੇ ਦਿਮਾਗ ਦੇ ਵਿੱਚ ਹੈ। ਸਪੋਰਟਰਸ ਕਹਿੰਦੇ ਨੇ ਕਿ ਡੋਨਲਡ ਟਰੰਪ ਬਾਰਡਰਸ ਨੂੰ ਸਿਕਿਉਰ ਕਰਨਗੇ, ਨਾਲ ਇਮੀਗ੍ਰੇਸ਼ਨਸ ਜਾਂ ਇੱਕ ਖਾਸ ਇਸ਼ੂ ਹੈ, ਔਰ ਜਿਹੜੇ ਇਲੀਗਲ ਇਮੀਗ੍ਰੈਂਟਸ ਬੈਠੇ ਨੇ ਅਮਰੀਕਾ ਦੀ ਧਰਤੀ ਦੇ ਉੱਤੇ, ਉਹਨਾਂ ਨੂੰ ਡਿਪੋਰਟ ਕਰਨਗੇ, ਅਮਰੀਕਾ 'ਚੋਂ ਕੱਢ ਕੇ ਬਾਹਰ ਕਰਨਗੇ, ਔਰ ਉਹਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਸਮਾਜ ਦੀਆਂ ਆਪਣੇ ਆਪ ਸੋਲਵ ਹੋ ਜਾਣਗੀਆਂ। ਯੈਸ, ਇਹ ਸਾਰੀ ਡਿਬੇਟ ਹੈ, ਇਹ ਸਾਰੀ ਗੱਲਬਾਤ ਛਿੜੀ ਹੋਈ ਆ। ਹੁਣ ਬਾਰਡਰ ਸਿਕਿਉਰ ਕਰਨਾ, ਇਹਦੇ ਵਿੱਚ ਇਹ ਵੀ ਪੁਆਇੰਟ ਆਇਆ ਕਿ ਮੈਕਸੀਕੋ ਦਾ ਬਾਰਡਰ ਬਿਲਕੁਲ ਬੰਦ ਕਰ ਦੇਣਾ। ਚਲੋ ਇਹ ਤਾਂ ਹੁਣ ਟਾਈਮ ਦੱਸੇਗਾ, ਕਿਉਂਕਿ ਗੱਲਾਂ ਕਰਨ ਵਾਲੇ ਬਹੁਤ ਗੱਲਾਂ ਕਰਦੇ ਨੇ। ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪਾਵਰਫੁਲ ਹੈ, ਔਰ ਅਕਸਰ ਇਹ ਗੱਲ ਕਿਹਾ ਜਾਂਦਾ ਹੈ ਕਿ ਡੋਨਲਡ ਟਰੰਪ ਨੂੰ ਯੰਗ ਵੋਟਰਸ ਨੇ ਜਿਤਾਇਆ, ਯੰਗ ਜਨਰੇਸ਼ਨ ਨੇ ਜਿਤਾਇਆ, ਔਰ ਜਿਹੜਾ ਟ੍ਰੈਡੀਸ਼ਨਲ ਮੀਡੀਆ ਹੈ ਨਾ, ਮੇਨ ਸਟ੍ਰੀਮ ਮੀਡੀਆ, ਉਹ ਕਿਤੇ ਪਿੱਛੇ ਰਹਿ ਗਿਆ। ਅੱਜ ਕੱਲ੍ਹ ਤੇ ਜਿਹੜਾ ਸੋਸ਼ਲ ਮੀਡੀਆ ਹੈ ਉਹੀ ਹਾਵੀ ਹੈ। ਪੋਡਕਾਸਟ ਐਕਸਪਲੋਡ ਕਰਦੇ ਪਏ ਨੇ, ਪੋਡਕਾਸਟ ਪ੍ਰਮੋਟ ਕਰਦੇ ਪਏ ਨੇ, ਪੋਡਕਾਸਟ ਦੇ ਸਿਰ ਦੇ ਉੱਤੇ ਹੀ ਇਲੈਕਸ਼ਨਸ ਜਿੱਤੀਆਂ ਜਾਂਦੀਆਂ ਨੇ। ਸੋ ਜੋ ਟ੍ਰੈਡੀਸ਼ਨਲ ਮੀਡੀਆ ਉਹ ਸ਼ਰਿੰਕ ਹੁੰਦਾ ਪਿਆ, ਛੋਟਾ ਹੁੰਦਾ ਪਿਆ, ਉਹਦੀ ਰੇਂਜ ਘਟਦੀ ਪਈ ਹੈ, ਉਹਦਾ ਅਸਰ ਘਟਦਾ ਪਿਆ। ਜ਼ਿਆਦਾ ਅਸਰ ਪੋਡਕਾਸਟ, ਸੋਸ਼ਲ ਮੀਡੀਆ ਇਹਦਾ ਹੁੰਦਾ ਪਿਆ। ਟਿਕਟੌਕ ਦੇ ਉੱਤੇ ਨਿਊਜ਼ ਜਿਹੜੀ ਆ ਉਹ ਜ਼ਿਆਦਾ ਅਸਰ ਪਾਉਂਦੀ ਹੈ ਬਜਾਏ ਇਸ ਦੇ ਕਿ ਵੱਡੇ ਵੱਡੇ ਟੀਵੀ ਚੈਨਲਸ। ਸੋ ਇਹ ਸਾਰੀ ਡਿਬੇਟ ਚੱਲਦੀ ਪਈ ਹੈ ਕਿ ਯੰਗ ਜਨਰੇਸ਼ਨ ਨੇ ਇਹਦੇ ਵਿੱਚ ਖਾਸ ਭੂਮਿਕਾ ਅਦਾ ਕੀਤੀ ਹੈ ਡੋਨਲਡ ਟਰੰਪ ਨੂੰ ਜਿਤਾਉਣ ਦੇ ਵਿੱਚ, ਔਰ ਇਹ ਸਾਰੀ ਸਟ੍ਰੈਟਜੀ ਸੀ PR ਟੀਮ ਦੀ, ਕਿਉਂਕਿ PR ਟੀਮ ਬਹੁਤ ਜ਼ਬਰਦਸਤ ਹੈ ਡੋਨਲਡ ਟਰੰਪ ਦੀ। ਹੀ ਇਜ਼ ਦ ਕਿੰਗ ਆਫ ਮਾਰਕੀਟਿੰਗ, ਔਰ ਮਾਰਕੀਟਿੰਗ ਦੀ ਜੇ ਗੱਲ ਕਰੀਏ ਤਾਂ ਅਟੈਕ ਫਰੋਮ ਆਲ ਸਾਈਡਸ, ਇਹ ਇੱਕ ਸਟ੍ਰੈਟਜੀ ਰਹੀ ਆ ਡੋਨਲਡ ਟਰੰਪ ਦੀ ਕਿ ਹਰ ਪਾਸਿਓਂ ਆਪਣੇ ਵਿਰੋਧੀਆਂ ਦੇ ਖਿਲਾਫ ਮਜ਼ਬੂਤੀ ਨਾਲ ਖੜੇ ਹੋਏ ਨੇ, ਔਰ ਕੋਈ ਪੁਆਇੰਟ ਅਜਿਹਾ ਨਹੀਂ ਛੱਡਿਆ ਜਿੱਥੇ ਉਹਨਾਂ ਨੇ ਡੈਮੋਕ੍ਰੇਟਸ ਦਾ ਮੁਕਾਬਲਾ ਨਹੀਂ ਕੀਤਾ ਔਰ ਸਖਤਾਈ ਨਾਲ ਮੁਕਾਬਲਾ ਨਹੀਂ ਕੀਤਾ। ਇਹ PR ਟੀਮ ਦੀ ਸਟ੍ਰੈਟਜੀ ਰਹੀ ਹੈ। ਮਤਲਬ ਹਰ ਵਰਗ ਨੂੰ ਛੂਣਾ, ਚਾਹੇ ਗਰੀਬ ਨੇ, ਚਾਹੇ ਅਮੀਰ ਨੇ, ਚਾਹੇ ਵਰਕਿੰਗ ਕਲਾਸ, ਹਰ ਚੀਜ਼ ਨੂੰ ਛੂਣਾ। ਔਰ ਇਹ ਸਾਰੀਆਂ ਤਮਾਮ ਆਪਾਂ ਗੱਲਾਂ ਕਰਨੀਆਂ ਨੇ। ਸਪੋਰਟਰਸ ਕੀ ਕਹਿ ਰਹੇ ਨੇ? ਇੱਕ ਤਾਂ ਬਾਰਡਰ ਇਸ਼ੂ ਨੂੰ ਗੱਲ ਕਰ ਰਹੇ ਨੇ ਕਿ ਬਾਰਡਰ ਨੂੰ ਸਿਕਿਉਰ ਕਰਨਗੇ, ਦੂਸਰਾ ਇਲੀਗਲ ਇਮੀਗ੍ਰੈਂਟਸ ਨੂੰ ਕੱਢਣਗੇ ਅਮਰੀਕਾ ਵਿੱਚੋਂ, ਉਹਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ ਆਪ ਸੋਲਵ ਹੋ ਜਾਣਗੀਆਂ, ਤੇ ਨਾਲ ਜਿਹੜੀ ਆ ਕਾਸਟ ਆਫ ਲਿਵਿੰਗ ਉਹਨੂੰ ਘੱਟ ਕਰਨਗੇ, ਮਹਿੰਗਾਈ ਘੱਟ ਹੋਏਗੀ। ਮਤਲਬ ਜੋ ਜ਼ਿੰਦਗੀ ਨੂੰ ਜਿਉਣ ਵਾਸਤੇ, ਸਰਵਾਈਵ ਵਾਸਤੇ ਜ਼ਰੂਰੀ ਚੀਜ਼ਾਂ ਨੇ, ਉਹਨਾਂ ਦੀ ਕੀਮਤ ਘਟੇਗੀ। ਇਨਫਲੇਸ਼ਨ, ਮਹਿੰਗਾਈ, ਉਹਦੀ ਗੱਲ ਹੋ ਰਹੀ ਹੈ ਕਿ ਉਹਨੂੰ ਘਟਾਇਆ ਜਾਏਗਾ। ਸੋ ਇਹ ਸਪੋਰਟਰਸ ਕਹਿੰਦੇ ਨੇ, ਤੇ ਜਿਹੜੇ ਐਕਸਪਰਟਸ ਨੇ ਉਹ ਬੈਠੇ ਹੋਏ, ਮਤਲਬ ਜਿੱਦਾਂ ਦਿਮਾਗ ਦੇ ਧਾਗੇ ਕੱਢਣੇ ਨੇ, ਸੋਚਦੇ ਪਏ ਨੇ ਕੀ ਕਾਰਨ ਹੋ ਸਕਦੇ ਨੇ ਕਿ ਡੈਮੋਕ੍ਰੇਟਸ ਹਾਰ ਗਏ, ਰਿਪਬਲਿਕਨਸ ਜਿੱਤ ਗਏ। ਇੱਕ ਡਰਾਮੈਟਿਕ ਸ਼ਿਫਟ ਹੋਈ ਆ, ਕੋਈ ਬੰਦਾ ਐਕਸਪੈਕਟ ਨਹੀਂ ਕਰਦਾ ਸੀ, ਅਨਐਕਸਪੈਕਟਡ ਸ਼ਿਫਟ ਹੋਈ ਆ। ਔਰ ਕਿਤੇ ਨਾ ਕਿਤੇ ਇਹ ਵੀ ਕਿਹਾ ਜਾਂਦਾ ਸੀ ਕਿ ਲੇਡੀਜ਼ ਦੀ ਖਾਸ ਸਿੰਪਥੀ ਹੈਗੀ ਆ ਕਮਲਾ ਹੈਰਿਸ ਦੇ ਨਾਲ, ਪਰ
ਹੁਣ ਕਿਹਾ ਜਾਂਦਾ ਹੈ ਕਿ ਲੇਡੀ ਵੋਟਰਸ ਇੰਨੀਆਂ ਨਹੀਂ ਟੁੱਟੀਆਂ, ਵੂਮਨ ਵੋਟਰਸ ਇੰਨੀਆਂ ਨਹੀਂ ਟੁੱਟੀਆਂ ਕਿ ਉਹ ਡੋਨਲਡ ਟਰੰਪ ਨੂੰ ਛੱਡ ਕੇ ਕਮਲਾ ਹੈਰਿਸ ਨੂੰ ਚੁਣ ਲੈਂਦੀਆਂ। ਸੋ ਉਹਨਾਂ ਦੇ ਦਿਮਾਗ 'ਚ ਕੀ ਚੱਲਦਾ ਪਿਆ ਕਿ ਇਹ ਮਰਦ ਪ੍ਰਧਾਨ ਸੁਸਾਇਟੀ ਆ ਜਾਂ ਇਹਦੇ ਵਿੱਚ ਵੂਮਨ ਦਾ ਵੀ ਕੋਈ ਸਥਾਨ ਬਣਦਾ। ਪਰ ਦੇਖੋ, ਜੋ ਬਾਈਡਨ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਹੁਤ ਲੇਡੀਜ਼ ਨੇ ਜੋ ਬਹੁਤ ਵੱਡੇ ਵੱਡੇ ਅਹੁਦੇ ਸੰਭਾਲਦੀਆਂ ਨੇ, ਔਰ ਡੋਨਲਡ ਟਰੰਪ ਨੇ ਵੀ ਜੋ ਫਰਸਟ ਅਪਾਇੰਟਮੈਂਟ ਕੀਤੀ ਹੈ, ਸ਼ੀ ਇਜ਼ ਅ ਲੇਡੀ। ਬਾਕੀ ਲਿਸਟਾਂ ਹਜੇ ਬਣਦੀਆਂ ਪਈਆਂ ਨੇ, ਕਿਹੜੇ ਕਿਹੜੇ ਕੈਂਡੀਡੇਟਸ ਕਿੱਥੇ ਕਿੱਥੇ ਹੋ ਸਕਦੇ ਨੇ, ਉਹਦੇ ਵਾਸਤੇ ਡੋਨਲਡ ਟਰੰਪ ਆਪਣੀ ਟੀਮ ਦੇ ਨਾਲ ਲੱਗੇ ਹੋਏ ਨੇ, ਔਰ ਕਿਸ ਵਿਅਕਤੀ ਨੂੰ ਕਿਹੜਾ ਅਹੁਦਾ ਦੇਣਾ ਹੈ, ਔਰ ਆਪਣੇ ਫਰੈਂਡਸ ਨੂੰ ਵੀ ਬੁਲਾਉਂਦੇ ਨੇ, ਉਹਨਾਂ ਨਾਲ ਵੀ ਸਲਾਹ ਮਸ਼ਵਰਾ ਚੱਲਦਾ ਪਿਆ। ਸੋ ਜੋ ਆਪਣੀ ਫਰਸਟ ਟਰਮ ਰਹੀ ਹੈ, ਉਹ ਜਿਹੜੀ ਸਕੂਲਿੰਗ ਹੋਈ ਉਹਨਾਂ ਦੀ ਫਰਸਟ ਟਰਮ ਦੇ ਵਿੱਚ, ਪਹਿਲੀ ਵਾਰ ਜਦੋਂ ਰਾਸ਼ਟਰਪਤੀ ਬਣੇ 2016 ਦੇ ਵਿੱਚ, ਉਹ 4 ਸਾਲ ਦਾ ਐਕਸਪੀਰੀਅੰਸ ਉਹ ਵੀ ਉਸ ਨੂੰ ਕਾਊਂਟ ਕਰਦੇ ਪਏ ਨੇ, ਕਿਸ ਬੰਦੇ ਨੂੰ ਕਿਹੜੀ ਪੋਜੀਸ਼ਨ ਦੇਣੀ ਹੈ। ਸੋ ਇਹ ਵੀ ਇੱਕ ਇੰਪੋਰਟੈਂਟ ਲਿਸਟ ਹੈ। ਇਹ ਨਾਲ ਨਾਲ ਸਭ ਕੁਝ ਚੱਲੀ ਜਾ ਰਿਹਾ, ਕਿਉਂਕਿ ਹੁਣ ਜਨਵਰੀ ਦੇ ਵਿੱਚ ਨਵੀਂ ਗੇਮ ਸ਼ੁਰੂ ਹੋ ਜਾਣੀ ਹੈ 2025 ਦੇ ਵਿੱਚ, ਇਹ ਟਰਾਂਸਫਰਮੇਸ਼ਨ ਦੀ, ਅਮਰੀਕਾ ਨੂੰ ਨਵਾਂ ਰੂਪ ਦੇਣ ਦੀ। ਨਾਓ ਇਹਦੇ ਵਿੱਚ ਹੁਣ ਡਰਾਮੈਟਿਕ ਸ਼ਿਫਟ ਕਿਉਂ ਹੋਈ, ਇਹ ਪੈਟਰਨ ਕਿਉਂ ਚੇਂਜ ਹੋਇਆ ਅਮਰੀਕਾ ਦੇ ਲੋਕਾਂ ਦਾ ਵੋਟ ਦੇਣ ਦਾ, ਇਹਦੇ ਉੱਤੇ ਹੁਣ ਐਕਸਪਰਟਸ ਲੱਗੇ ਹੋਏ ਨੇ। ਐਕਸਪਰਟਸ ਕਦੀ ਕਹਿੰਦੇ ਨੇ ਕਿ ਜਿਹੜੇ ਬਲੈਕ ਅਮਰੀਕਨਸ ਨੇ ਉਹਨਾਂ ਦਾ ਕੀ ਰੋਲ ਰਿਹਾ, ਇਹ ਸਾਰੀਆਂ ਤਮਾਮ ਗੱਲਾਂ ਬਲੈਕ ਅਮਰੀਕਨਸ, ਕਿਉਂਕਿ ਹਮੇਸ਼ਾ 2020 ਦੀ ਜਦੋਂ ਆਪਾਂ ਇਲੈਕਸ਼ਨਸ ਦੀ ਗੱਲ ਕਰਦੇ ਹਾਂ ਉਦੋਂ ਬਲੈਕ ਅਮਰੀਕਨਸ ਦੀ ਗੱਲ ਹੁੰਦੀ ਹੈ, ਔਰ ਕਮਲਾ ਹੈਰਿਸ ਵੀ ਕਹਿੰਦੇ ਰਹੇ ਨੇ ਕਿ ਜਿਹੜੇ ਬਲੈਕ ਮੈਨ ਅਮਰੀਕਨ ਵੋਟਰਸ ਨੇ ਉਹਨਾਂ ਉੱਤੇ ਮੈਨੂੰ ਖਾਸ ਤਵੱਜੋ ਦੇਣੀ ਪਏਗੀ, ਖਾਸ ਫੋਕਸ ਕਰਨਾ ਪਏਗਾ, ਔਰ ਉਹਨਾਂ ਵਾਸਤੇ ਉਹਨਾਂ ਨੇ ਕਈ ਤਰ੍ਹਾਂ ਦੀਆਂ ਸਕੀਮਸ ਵੀ ਸਾਹਮਣੇ ਲਿਆਂਦੀਆਂ, ਐਂਟਰਪ੍ਰੈਨਿਓਰਸ ਬਣਾਉਣ ਦੀ ਉਹਨਾਂ ਨੂੰ ਗੱਲ ਕੀਤੀ, ਔਰ ਈਜ਼ੀ ਲੋਨ, ਔਰ ਲੋਨ ਵੀ ਮਾਫ ਕਰ ਦੇਣਾ ਹੈ, $20,000 ਪਰ ਹੈਡ, ਇਹ ਸਾਰੀਆਂ ਸਕੀਮਸ ਅਨਾਊਂਸ ਹੋਈਆਂ। ਬਟ ਨਾਓ ਬਲੈਕ ਅਮਰੀਕਨ ਵੋਟਰਸ ਉਹ ਕਿੱਧਰ ਭੁਗਤੇ, ਇੱਕ ਇਹ ਸੋਚ ਬਣੀ ਹੋਈ ਹੈ ਐਕਸਪਰਟਸ ਦੀ। ਲੈਟਿਨੋ ਮੈਨ ਐਂਡ ਵੂਮਨ ਵੋਟਰਸ ਕਿੱਧਰ ਭੁਗਤੇ, ਖਾਸ ਕਰਕੇ ਇਮੀਗ੍ਰੇਸ਼ਨ ਦੇ ਮੁੱਦੇ ਨੂੰ ਲੈ ਕੇ ਉਹਨਾਂ ਦੀ ਸੋਚ ਕੀ ਬਣੀ, ਉਹਨਾਂ ਦੇ ਮਨ ਦੇ ਉੱਤੇ ਕੀ ਪ੍ਰਭਾਵ, ਕੀ ਅਸਰ ਪਿਆ, ਕਿਉਂਕਿ ਐਕਸਪਰਟਸ ਨੇ ਇਹ ਸਾਰੇ ਐਨਾਲਿਸਿਸ ਕਰਨੇ ਹੁੰਦੇ ਨੇ, ਔਰ ਉਸ ਤੋਂ ਬਾਅਦ ਫਿਰ ਉਹ ਰਿਪੋਰਟਸ ਦੇਣੀਆਂ ਹੁੰਦੀਆਂ ਨੇ, ਆਰਟੀਕਲਸ ਲਿਖਣੇ ਹੁੰਦੇ ਨੇ, ਹੈ ਨਾ, ਐਸੇਜ਼ ਲਿਖਣੇ ਹੁੰਦੇ ਨੇ ਆਉਣ ਵਾਲੀਆਂ ਜਨਰੇਸ਼ਨਸ ਵਾਸਤੇ, ਨਿਚੋੜ ਕੱਢ ਕੇ ਕਿ ਬਈ ਇਹ ਕੁਝ ਹੋਇਆ ਸੀ ਤੇ ਇਹ ਕੁਝ ਕੀਤਾ ਗਿਆ ਸੀ ਤੇ ਇਹ ਸਾਰਾ ਬੈਲੈਂਸ ਸ਼ੀਟ ਆ, ਹੁਣ ਤੁਸੀਂ ਇਹਨੂੰ ਦੇਖੋ, ਇਹਦੇ ਬੇਸ ਦੇ ਉੱਤੇ ਫਿਊਚਰ ਨੂੰ ਡਿਜ਼ਾਈਨ ਕਰੋ, ਪ੍ਰੈਜ਼ੈਂਟ ਦੇ ਵਿੱਚ ਕੰਮ ਕਰੋ। ਸੋ ਇਹ ਐਕਸਪਰਟਸ ਦਾ ਕੰਮ ਹੈ, ਇਟਸ ਦੇਅਰ ਜੌਬ, ਉਹ ਆਪਣੀ ਜੌਬ ਕਰ ਰਹੇ ਨੇ। ਨਾਓ ਹੁਣ ਇਹਦੇ ਵਿੱਚ ਐਗਜ਼ੈਕਟਲੀ ਡਰਾਈਵਿੰਗ ਫੋਰਸ ਕਿਹੜੀ ਰਹੀ ਜਿਹਨੇ ਵੋਟਰਸ ਦੇ ਮਨ ਦੇ ਉੱਤੇ ਪ੍ਰਭਾਵ ਪਾਇਆ, ਤੇ ਇਹ ਇੱਕ ਡਰਾਮੈਟਿਕ ਸ਼ਿਫਟ ਹੋਈ। ਲੱਗਦਾ ਇਹ ਸੀ ਕਿ ਡੈਮੋਕ੍ਰੇਟਸ ਬਾਜ਼ੀ ਮਾਰ ਲੈਣਗੇ, ਪਰ ਰਿਪਬਲਿਕਨਸ ਬਾਜ਼ੀ ਮਾਰ ਕੇ ਲੈ ਗਏ। ਇਹਦਾ ਕੀ ਕਾਰਨ ਹੈ, ਇਹਦੇ ਉੱਤੇ ਐਕਸਪਰਟਸ ਲੱਗੇ ਹੋਏ ਨੇ, ਔਰ ਇੱਕ ਨਿਚੋੜ ਜਿੱਥੇ ਉਹ ਕੱਢਦੇ ਨੇ ਕਿ ਜੋ ਵੋਟਰਸ ਨੇ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਕਿ ਕਿਹੜਾ ਕੈਂਡੀਡੇਟ ਉਹਨਾਂ ਨੂੰ ਰਿਪਰੈਜ਼ੈਂਟ ਕਰਦਾ, ਕਿਹੜਾ ਕੈਂਡੀਡੇਟ ਉਹਨਾਂ ਦੇ ਮਨ ਦੀ ਗੱਲ ਨੂੰ ਟਰਾਂਸਲੇਟ ਕਰਦਾ, ਉਹਨਾਂ ਦੇ ਮਨ ਦੀ ਗੱਲ ਨੂੰ ਬੋਲਦਾ, ਅੱਗੇ ਰੱਖਦਾ ਸਮਾਜ ਦੇ, ਉਹਨਾਂ ਦੇ ਮਨ ਦੀ ਗੱਲ ਦੇ ਮੁਤਾਬਿਕ ਪਾਲਿਸੀਜ਼ ਬਣਾਉਂਦਾ, ਜੋ ਉਹਨਾਂ ਦਾ ਹੀ ਆਪਣਾ ਹੈ, ਉਹਨਾਂ ਦੇ ਵਿੱਚ ਤੇ ਉਹਨਾਂ ਦੇ ਕੈਂਡੀਡੇਟ ਦੇ ਵਿੱਚ ਕੋਈ ਫਰਕ ਨਹੀਂ, ਉਹਨਾਂ ਨੂੰ ਰਿਪਰੈਜ਼ੈਂਟ ਕਰਦਾ। ਇੱਦਾਂ ਦਾ ਬੰਦਾ ਹੀ ਤੁਹਾਨੂੰ ਚੁਣਨਾ ਚਾਹੀਦਾ ਹੈ। ਵੋਟਰਸ ਦੇ ਵਾਸਤੇ ਐਕਸਪਰਟਸ ਦੀ ਇਹ ਰਾਏ ਹੈ ਕਿ ਜੋ ਤੁਹਾਨੂੰ ਆਪਣਾ ਲੱਗੇ, ਗੱਲਾਂ ਬਾਤਾਂ 'ਚ ਨਹੀਂ, ਪ੍ਰੈਕਟੀਕਲੀ ਜੋ ਤੁਹਾਨੂੰ ਆਪਣਾ ਲੱਗੇ, ਜੋ ਤੁਹਾਡਾ ਆਪਣਾ ਹੈ, ਜੋ ਤੁਹਾਡਾ ਸਗਾ ਹੈ, ਉਹਨੂੰ ਤੁਸੀਂ ਆਪਣਾ ਕੈਂਡੀਡੇਟ ਚੁਣੋ, ਉਹਨੂੰ ਤੁਸੀਂ ਆਪਣਾ ਲੀਡਰ ਬਣਾਓ। ਇਹ ਨਿਚੋੜ ਕੱਢਦੇ ਨੇ ਐਕਸਪਰਟਸ, ਔਰ ਨਿਚੋੜ ਕੱਢਦੇ ਜਦੋਂ ਅੱਗੇ ਵਧਦੇ ਨੇ ਤਾਂ ਕਈ ਫੈਕਟਰਸ ਨੂੰ ਲੈ ਕੇ ਆਉਂਦੇ ਨੇ। ਬਰੈਕ ਓਬਾਮਾ ਦੇ ਫੈਕਟਰ ਨੂੰ ਲੈ ਕੇ ਆਉਂਦੇ ਨੇ, ਉੱਥੇ ਬਲੈਕ ਅਮਰੀਕਨਸ ਦੀਆਂ ਵੋਟਸ ਦੀ ਗੱਲ ਹੁੰਦੀ ਹੈ। ਬਰੈਕ ਓਬਾਮਾ ਨੇ ਕਿਹਨਾਂ ਨੂੰ ਪਿਚ ਕੀਤਾ, ਕਿਹਨਾਂ ਨੂੰ ਟਾਰਗੇਟ ਕੀਤਾ, ਕਿੱਦਾਂ ਉਹਨਾਂ ਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹ ਆਪ ਵੀ ਜੇਤੂ ਸੀ, ਔਰ ਸੇਮ ਟੀਮ ਜਿਸ ਟੀਮ ਨੇ ਜਿਤਾਇਆ ਬਰੈਕ ਓਬਾਮਾ ਨੇ, ਉਹੀ PR ਟੀਮ ਕਮਲਾ ਹੈਰਿਸ ਨੇ ਹਾਇਰ ਕੀਤੀ ਹੈ। ਸੋ ਇੱਥੇ ਉੱਤੇ ਗੱਲਾਂ ਹੁੰਦੀਆਂ ਨੇ ਕਿ ਬਰੈਕ ਓਬਾਮਾ ਦਾ ਆਉਣਾ, ਉਹਨਾਂ ਦੀ ਟੀਮ ਦਾ ਆਉਣਾ, ਇਹ ਫਾਇਦੇਮੰਦ ਸੀ ਕਿ ਨੁਕਸਾਨਦਾਇਕ ਸੀ, ਇਸ ਗੱਲ ਦੇ ਉੱਤੇ ਡਿਬੇਟ ਹੈ। ਸੈਲੀਬ੍ਰਿਟੀਜ਼ ਆਈਆਂ ਨੇ ਉਹਨਾਂ ਦੇ ਐਂਡੋਰਸਮੈਂਟ ਵਾਸਤੇ, ਜਦੋਂ ਕਮਲਾ ਹੈਰਿਸ ਪੋਲੀਟੀਕਲ ਸਟੇਜ ਦੇ ਉੱਤੇ ਨੇ, ਵਿਨਫਰੇ, ਓਪਰਾ, ਹੈ ਨਾ, ਇੱਥੋਂ ਤੱਕ ਮਿਸ਼ੇਲ ਓਬਾਮਾ, ਹਿਲੇਰੀ ਕਲਿੰਟਨ ਦੀ ਆਪਾਂ ਗੱਲ ਕਰ ਚੁੱਕੇ ਹਾਂ, ਉਹ ਵੀ ਨਾਲ ਆਏ। ਫਿਰ ਹਾਲੀਵੁੱਡ ਦੇ ਸਟਾਰਸ ਲਿਓਨਾਰਡੋ ਡਿਕੈਪਰੀਓ ਤੱਕ ਆਏ, ਡਸਟਿਨ ਹੌਫਮੈਨ, ਸਾਰੇ ਮਤਲਬ ਜਿਹੜੇ ਦਿੱਗਜ ਕਲਾਕਾਰ ਨੇ ਉਹ ਸਾਰੇ,
ਉਹਨਾਂ ਨੇ ਆ ਕੇ ਵੀ ਐਂਡੋਰਸਮੈਂਟ ਕੀਤੀ ਸਪੋਰਟਸ ਦੇ ਖੇਤਰ 'ਚੋਂ, ਫਿਲਮ ਵਰਲਡ 'ਚੋਂ, ਅਤੇ ਉਹ ਸਹੀ ਮੂਵ ਸੀ ਕਿ ਮੂਵ ਸਹੀ ਨਹੀਂ ਸੀ। ਇਹ ਵੀ ਸਾਰੀ ਗੱਲਬਾਤ ਸਾਹਮਣੇ ਆ ਰਹੀ ਆ ਕਿ ਉਹਨਾਂ ਦੇ ਆਉਣ ਨਾਲ, ਐਂਡੋਰਸ ਕਰਨ ਨਾਲ ਇਹ ਪੋਜ਼ੀਟਿਵ ਇਫੈਕਟ ਹੋਇਆ ਕਿ ਨੈਗੇਟਿਵ ਇਫੈਕਟ ਹੋਇਆ, ਇਸ ਦੇ ਉੱਤੇ ਵੀ ਗੱਲਬਾਤ ਹੋ ਰਹੀ ਆ। ਔਰ ਟਰੰਪ ਨੂੰ ਬਾਰ-ਬਾਰ ਹਿਟਲਰ ਕਿਹਾ ਗਿਆ, ਟਰੰਪ ਨੂੰ ਅਥੋਰਿਟੇਰੀਅਨ ਕਿਹਾ ਗਿਆ, ਟਰੰਪ ਨੂੰ ਡਿਕਟੇਟਰ ਕਿਹਾ ਗਿਆ। ਇਹ ਗੱਲ ਸਹੀ ਸਾਬਿਤ ਹੋਈ ਜਾਂ ਇਹ ਗੱਲ ਗਲਤ ਸਾਬਿਤ ਹੋਈ, ਇਹ ਗੱਲ ਡੈਮੋਕ੍ਰੇਟਸ ਦੇ ਉੱਤੇ ਭਾਰੀ ਪੈ ਗਈ ਔਰ ਗੇਮ ਹਾਰ ਗਏ। ਇਹਦੇ ਉੱਤੇ ਵੀ ਗੱਲ ਚੱਲਦੀ ਪਈ ਹੈ ਕਿ ਟਰੰਪ ਨੂੰ ਹਿਟਲਰ ਕਹਿਣਾ ਚਾਹੀਦਾ ਸੀ, ਡਿਕਟੇਟਰ ਕਹਿਣਾ ਚਾਹੀਦਾ ਸੀ ਕਿ ਨਹੀਂ ਕਹਿਣਾ ਚਾਹੀਦਾ ਸੀ। ਔਰ ਟਰੰਪ ਜਦੋਂ ਵੀ ਕਿਤੇ ਰੈਲੀਜ਼ ਦੇ ਵਿੱਚ, ਕੈਂਪੇਨਸ ਦੇ ਵਿੱਚ ਗਰੀਬ ਲੋਕਾਂ ਦੀ ਗੱਲ ਕਰਦੇ ਨੇ, ਗਰੀਬ ਲੋਕਾਂ ਦੇ ਹੱਕ ਦੀ ਗੱਲ ਕਰਦੇ ਨੇ ਜਾਂ ਉਹਨਾਂ ਬਾਰੇ ਬੋਲਦੇ ਨੇ, ਜਿਸ ਵੀ ਭਾਸ਼ਾ ਦਾ ਇਸਤੇਮਾਲ ਕਰਦੇ ਨੇ, ਕਿਆ ਉਹ ਇੱਕ ਜਾਦੂ ਕਰਕੇ ਗਈ ਆ? ਕਿਉਂਕਿ ਟਰੰਪ ਇਜ਼ ਦ ਕਿੰਗ ਆਫ ਮਾਰਕੀਟਿੰਗ, ਇਹ ਉਹਨਾਂ ਦੇ ਸਪੋਰਟਰਸ ਕਹਿੰਦੇ ਨੇ। ਤਾਂ ਉਹਨਾਂ ਦੀ ਹਰ ਭਾਸ਼ਾ ਸ਼ੈਲੀ ਵੀ ਮਾਰਕੀਟਿੰਗ ਵਾਲੀ ਭਾਸ਼ਾ ਸ਼ੈਲੀ ਆ। ਤਾਂ ਉਹਨਾਂ ਦਾ ਕਹਿਣ ਦਾ ਢੰਗ, ਔਰ ਮੈਕਡੋਨਲਡਸ ਦੇ ਵਿੱਚ ਜਾ ਕੇ ਜੋ ਉਹਨਾਂ ਨੇ ਕੰਮ ਕੀਤਾ, ਵਰਕਿੰਗ ਕਲਾਸ ਨੂੰ ਆਪਣੇ ਨਾਲ ਜੋੜਨ ਦੀ ਗੱਲ ਕੀਤੀ, ਚਾਹੇ ਉਹਨਾਂ ਨੂੰ ਇੱਕ ਉਹ ਪੋਲੀਟੀਕਲ ਸਟੰਟ ਹੀ ਕਿਹਾ ਗਿਆ, ਪਰ ਉਸ ਦਾ ਅਸਰ ਹੋਇਆ ਕਿ ਨਹੀਂ ਹੋਇਆ। ਟਰੰਪ ਨੂੰ ਹਿਟਲਰ ਕਹਿਣਾ ਜਾਂ ਟਰੰਪ ਦਾ ਗਰੀਬਾਂ ਦੇ ਬਾਰੇ ਬੋਲਣਾ, ਇਹ ਆਪਸ ਦੇ ਵਿੱਚ ਵਾਈਸ ਵਰਸਾ ਹੋਇਆ, ਆਪ ਦੇ ਵਿੱਚ ਵਰਸਿਸ ਹੋਇਆ, ਇਹਦਾ ਆਪਸ ਦੇ ਵਿੱਚ ਇੱਕ ਕੰਪੈਰੀਜ਼ਨ ਹੋ ਗਿਆ, ਇੱਕ ਕੰਪੀਟੀਸ਼ਨ ਹੋ ਗਿਆ। ਇਹ ਦੋ ਆਈਡੀਓਲੋਜੀਜ਼, ਦੋ ਆਈਡੀਆਜ਼ ਟਕਰਾ ਗਏ, ਇਹਦੇ ਵਿੱਚੋਂ ਜਿੱਤ ਕਿਹਦੀ ਹੋਈ, ਇਹਦੇ ਉੱਤੇ ਵੀ ਡਿਸਕਸ਼ਨ ਚੱਲਦੀ ਪਈ ਹੈ। ਨਾਓ ਦ ਮੋਸਟ ਇੰਪੋਰਟੈਂਟ, ਹੇਟਰਡ ਅਗੇਂਸਟ ਵੂਮਨ। ਕਿਆ ਔਰਤਾਂ ਦੇ ਪ੍ਰਤੀ ਕੋਈ ਨਫ਼ਰਤ ਹੈ? ਔਰਤਾਂ ਨੂੰ ਪਿੱਛੇ ਰੱਖਿਆ ਜਾਂਦਾ, ਔਰਤਾਂ ਨੂੰ ਪਿੱਛੇ ਸਮਝਿਆ ਜਾਂਦਾ, ਔਰਤਾਂ ਨੂੰ ਕਮਜ਼ੋਰ ਸਮਝਿਆ ਜਾਂਦਾ, ਜਾਂ ਔਰਤਾਂ ਨੂੰ ਕਾਬਿਲ ਨਹੀਂ ਸਮਝਿਆ ਜਾਂਦਾ ਕਿ ਇੱਕ ਅੱਛੀਆਂ ਸਪੋਰਟਰਸ ਹੋ ਸਕਦੀਆਂ ਨੇ ਪਰ ਅੱਛੀਆਂ ਲੀਡਰ ਨਹੀਂ ਹੋ ਸਕਦੀਆਂ? ਇਹ ਵੀ ਸੋਚ ਹੈ। ਔਰ ਕਿਤੇ ਨਾ ਕਿਤੇ ਇਹ ਵੀ ਕਮੈਂਟਸ ਹੋਏ ਨੇ ਜਿਹਦੇ ਵਿੱਚ ਰੇਸਿਜ਼ਮ ਦੀ ਗੱਲ ਹੋਈ ਹੈ, ਜਿਹਦੇ ਵਿੱਚ ਸੈਕਸ਼ੂਅਲ ਕਮੈਂਟਸ ਵੀ ਕੀਤੇ ਗਏ। ਹਾਲਾਂਕਿ ਉਹ ਐਕਸੈਪਟੇਬਲ ਨਹੀਂ ਹੈ, ਪਰ ਹੋਏ ਤੇ ਹੋਏ। ਦੈਟ ਇਜ਼ ਆਲਸੋ ਹਿਸਟਰੀ। ਜਦੋਂ ਐਕਸਪਰਟਸ ਲਿਖਣਗੇ ਆਪਣੇ ਓਪੀਨੀਅਨਸ, ਆਪਣੇ ਆਰਟੀਕਲਸ, ਔਰ ਹਿਸਟਰੀ ਨੂੰ ਲਿਖਣਗੇ ਬੁੱਕਸ ਦੇ ਵਿੱਚ, ਨਿਊਜ਼ਪੇਪਰਸ ਦੇ ਵਿੱਚ, ਤਾਂ ਉਹਦੇ ਵਿੱਚ ਇਹ ਗੱਲ ਜ਼ਿਕਰ ਹੋਏਗੀ। ਉਹ ਵੀ ਆਉਣ ਵਾਲੀ ਜਨਰੇਸ਼ਨ ਦੇਖੇਗੀ ਕਿ ਸਾਡੇ ਫੋਰ ਫਾਦਰਸ ਨੇ 2024 ਦੀਆਂ ਇਲੈਕਸ਼ਨਸ ਦੇ ਵਿੱਚ ਇਸ ਤਰ੍ਹਾਂ ਦੀ ਭਾਸ਼ਾ ਦਾ ਵੀ ਇਸਤੇਮਾਲ ਕੀਤਾ। ਨਾਓ ਨੈਕਸਟ, ਐਬੋਰਸ਼ਨ ਪਾਲਿਸੀ। ਐਬੋਰਸ਼ਨ ਪਾਲਿਸੀ ਨੂੰ ਡਿਸਕਸ ਕੀਤਾ ਜਾ ਰਿਹਾ ਕਿ ਕਮਲਾ ਹੈਰਿਸ ਦੇ ਕੀ ਵਿਚਾਰ ਨੇ ਔਰ ਡੋਨਲਡ ਟਰੰਪ ਦੇ ਕੀ ਵਿਚਾਰ ਨੇ। ਕਿਤੇ ਸੋਸਾਇਟੀ ਦਾ ਐਂਗਲ ਆ ਜਾਂਦਾ ਤੇ ਕਿਤੇ ਰਿਲੀਜੀਅਸ ਐਂਗਲ ਆ ਜਾਂਦਾ। ਇਹ ਸਾਰੀਆਂ ਤਮਾਮ ਗੱਲਾਂ ਐਬੋਰਸ਼ਨ ਪਾਲਿਸੀ ਦੇ ਉੱਤੇ ਵੀ ਆ ਰਹੀਆਂ ਨੇ ਕਿ ਹੁਣ ਜਾ ਕੇ ਐਬੋਰਸ਼ਨ ਪਾਲਿਸੀ ਦਾ ਕੀ ਬਣੇਗਾ, ਕਿਸ ਤਰ੍ਹਾਂ ਦੇ ਡਿਸੀਜ਼ਨ ਲਿੱਤੇ ਜਾਣਗੇ। ਇਹ ਵੀ ਇੱਕ ਡਿਸਕਸ਼ਨ ਬਣੀ ਹੋਈ ਹੈ। ਟਰਾਂਸਜੈਂਡਰ, ਜੋ ਟਰਾਂਸਜੈਂਡਰ ਸੋਸਾਇਟੀ ਹੈ ਉਹ ਵੀ ਤਾਂ ਅਮਰੀਕਨਸ ਨੇ ਨਾ। ਹੁਣ ਅਮਰੀਕਾ ਦੇ ਵਿੱਚ ਪੈਦਾ ਹੋਏ। ਖੈਰ ਇਹ ਵੀ ਡਿਬੇਟ ਹੈ ਕਿ ਪੈਦਾਇਸ਼ ਦੇ ਅਧਿਕਾਰ ਦੇ ਉੱਤੇ ਸਿਟੀਜ਼ਨਸ਼ਿਪ ਮਿਲਣੀ ਚਾਹੀਦੀ ਹੈ ਕਿ ਨਹੀਂ ਮਿਲਣੀ ਚਾਹੀਦੀ। ਖੈਰ ਉਹ ਤਾਂ ਇਮੀਗ੍ਰੈਂਟਸ ਦੇ ਨਾਲ ਰਿਲੇਟਡ ਹੈ, ਪਰ ਤੋਂ ਇੱਕ ਤਰ੍ਹਾਂ ਨਾਲ ਉਹ ਸਾਰਾ ਕੁਝ ਜੁੜ ਜਾਂਦਾ ਕਿਉਂਕਿ ਟਰਾਂਸਜੈਂਡਰਸ ਤੇ ਕਿਤੇ ਵੀ ਹੋ ਸਕਦੇ ਨੇ। ਸੋ ਇੱਕ ਇਹ ਵੀ ਇਸ਼ੂ ਬਣਿਆ ਹੋਇਆ, ਉਹਨਾਂ ਦੇ ਵਾਸਤੇ ਵੀ ਇੱਕ ਡਿਬੇਟ ਬਣੀ ਹੋਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਵਾਸਤੇ ਕੀ ਪਾਲਿਸੀਜ਼ ਹੋਣਗੀਆਂ, ਉਹਨਾਂ ਦੀ ਸਿਕਿਉਰਿਟੀ, ਐਵਰੀਥਿੰਗ, ਇੱਕ ਉਹਦੇ ਉੱਤੇ ਵੀ ਗੱਲਬਾਤ ਹੋ ਰਹੀ ਹੈ। ਨਾਓ ਦ ਮੋਸਟ ਇੰਪੋਰਟੈਂਟ ਥਿੰਗ ਇਜ਼ ਇਕਨੋਮਿਕਸ। ਟਰੰਪ ਇਕਨੋਮਿਕਸ, ਇਸ ਚੀਜ਼ ਨੂੰ ਡਿਸਕਸ ਕੀਤਾ ਜਾ ਰਿਹਾ। ਦੂਸਰੇ ਪਾਸੇ ਬਾਈਡਨ ਇਕਨੋਮਿਕਸ ਆ, ਉਹੀ ਲੈ ਕੇ ਚੱਲ ਰਹੇ ਨੇ ਕਮਲਾ ਹੈਰਿਸ। ਬਟ ਇੱਕ ਇੱਥੇ ਬਹੁਤ ਵੱਡਾ ਬਟ ਆਉਂਦਾ, ਔਰ ਇਹ ਬਟ ਇਹ ਆ ਕਿ ਟਰੰਪ ਨੇ ਇਕਨੋਮੀ ਉੱਤੇ ਖੂਬ ਗੱਲ ਕੀਤੀ, ਜੰਮ ਕੇ ਗੱਲ ਕੀਤੀ, ਔਰ ਟਰੰਪ ਇਕਨੋਮਿਕਸ ਦੀ ਗੱਲ ਹੋਈ। ਔਰ ਵੱਡੇ ਵੱਡੇ ਜੋ ਇਕਨੋਮਿਕਸ ਦੇ ਐਕਸਪਰਟਸ ਨੇ ਉਹਨਾਂ ਨੇ ਟਰੰਪ ਇਫੈਕਟ ਦੀ ਗੱਲ ਕੀਤੀ ਕਿ ਟਰੰਪ ਇਫੈਕਟ ਕੀ ਕੰਮ ਕਰਦਾ ਮਾਰਕੀਟ ਦੇ ਉੱਤੇ, ਮਾਰਕੀਟ ਕਿੱਦਾਂ ਬੁਲਿਸ਼ ਹੋ ਜਾਂਦੀ ਹੈ, ਕਿੱਦਾਂ ਅੱਗੇ ਵੱਧਦੀ ਹੈ। ਔਰ ਟੈਰਿਫਸ ਤੱਕ ਗੱਲ ਗਈ, ਉਹ ਵੀ ਆਪਾਂ ਅੱਗੇ ਗੱਲ ਕਰਾਂਗੇ। ਸੋ ਟਰੰਪ ਦਾ ਕੀ ਫੈਸਲਾ ਹੈ ਇਕਨੋਮਿਕਸ ਨੂੰ ਲੈ ਕੇ, ਇਕੋਨਮੀ ਨੂੰ ਲੈ ਕੇ? ਇਹ ਖੁੱਲ੍ਹ ਕੇ ਗੱਲਾਂ ਬਾਤਾਂ ਹੋਈਆਂ, ਔਰ ਮਹਿੰਗਾਈ ਦੀ ਤਾਂ ਗੱਲਬਾਤ ਹੋਣੀ ਹੋਈ ਸੀ, ਉਹ ਵੀ ਹੋਈ। ਔਰ ਜਦੋਂ ਕਮਲਾ ਹੈਰਿਸ ਦੀ ਗੱਲ ਕਰਦੇ ਹਾਂ, ਵਰਸਿਸ ਦੀ ਗੱਲ ਕਰਦੇ ਹਾਂ, ਉੱਥੇ ਐਕਸਪਰਟਸ ਦਾ ਇਹ ਮੰਨਣਾ ਹੈ ਕਿ ਕਮਲਾ ਹੈਰਿਸ ਇਕਨੋਮਿਕਸ ਦੀ ਡਿਸਕਸ਼ਨ ਤੋਂ ਪੱਲਾ ਛੁਡਾਉਂਦੇ ਹੋਏ ਵਿਖਾਈ ਦਿੱਤੇ। ਇਕਨੋਮਿਕਸ ਦੀ ਡਿਸਕਸ਼ਨ ਦੇ ਵਿੱਚ ਉਹ ਇੰਨਾ ਨਹੀਂ ਪਏ।
ਇਕੋਨਮੀ ਬਾਰੇ ਇੰਨੀ ਗੱਲ ਨਹੀਂ ਹੋਈ। ਹਾਂ, ਓਪਰਚੁਨਿਟੀ ਇਕੋਨਮੀ ਦੀ ਗੱਲ ਹੋਈ ਕਿ ਸਭ ਦੇ ਵਾਸਤੇ ਬਰਾਬਰ ਦੇ ਹੱਕ ਹੋਣਗੇ, ਅਮਰੀਕਾ ਇਜ਼ ਅ ਲੈਂਡ ਆਫ ਓਪਰਚੁਨਿਟੀ, ਕਿਸੇ ਨੂੰ ਪਿੱਛੇ ਨਹੀਂ ਛੱਡਿਆ ਜਾਏਗਾ, ਮਿਲ ਕੇ ਲੜਾਂਗੇ, ਮਿਲ ਕੇ ਜਿੱਤਾਂਗੇ, ਤਮਾਮ ਗੱਲਾਂ ਹੋਈਆਂ। ਪਰ ਬਟ ਇਕਨੋਮਿਕਸ ਦੇ ਉੱਤੇ ਜਿੱਦਾਂ ਡੋਨਲਡ ਟਰੰਪ ਨੇ ਕਵਰ ਕੀਤਾ, ਉੱਦਾਂ ਕਮਲਾ ਹੈਰਿਸ ਨੇ ਕਵਰ ਨਹੀਂ ਕੀਤਾ। ਇਟ ਇਜ਼ ਦ ਵੀਕ ਪੁਆਇੰਟ, ਦ ਵੀਕੈਸਟ ਪੁਆਇੰਟ। ਇਹ ਐਕਸਪਰਟਸ ਮੰਨਦੇ ਨੇ ਕਿ ਉਹਨਾਂ ਖੁੱਲ੍ਹ ਕੇ ਡਿਬੇਟ ਨਹੀਂ ਕੀਤਾ ਉਹਨਾਂ ਨੇ ਇਕਨੋਮਿਕਸ ਦੇ ਉੱਤੇ, ਪੋਡਕਾਸਟ ਨਹੀਂ ਹੋਏ, ਇੰਟਰਵਿਊਜ਼ ਨਹੀਂ ਹੋਈਆਂ। ਉਹਨਾਂ ਦਾ ਮੇਨ ਫੋਕਸ ਰਿਹਾ ਮਾਈਨੋਰਿਟੀਜ਼ ਔਰ ਟਰੰਪ ਦੀ ਬੋਲਚਾਲ, ਉਹਨਾਂ ਦਾ ਬਿਹੇਵੀਅਰ, ਇਹ ਸਭ ਚੀਜ਼ਾਂ ਰਹੀਆਂ। ਇਕਨੋਮਿਕਸ ਦੇ ਉੱਤੇ ਜਨਤਾ ਬਹੁਤ ਕੁਝ ਚਾਹੁੰਦੀ ਸੀ, ਉਹ ਉਹਨਾਂ ਨੂੰ ਨਹੀਂ ਮਿਲਿਆ, ਡਿਟੇਲਸ ਨਹੀਂ ਮਿਲੀਆਂ, ਵਾਟ ਐਵਰ। ਇਕੋਨਮੀ ਦਾ ਪੁਆਇੰਟ ਇੱਕ ਲੂਜ਼ਰ ਸਾਬਿਤ ਹੋਇਆ ਹੈ, ਇਹ ਮੰਨਦੇ ਨੇ ਐਕਸਪਰਟਸ। ਸੋ ਹੁਣ ਇਹ ਸਾਰੀਆਂ ਗੱਲਾਂ, ਇਹਦੇ ਵਿੱਚ ਵਾਰਸ ਵੀ ਆਉਣਗੀਆਂ, ਟ੍ਰੇਡ ਵਾਰ, ਟੈਰਿਫਸ, ਲੋਕਲ ਟੈਕਸਿਸ ਐਂਡ ਫੋਰਨ ਪੋਲਿਸੀ। ਇਹ ਵੀ ਇੱਕ ਖਾਸ ਫੈਕਟਰ ਹੈ। ਫੋਰਨ ਪੋਲਿਸੀ ਕੀ ਹੋਏਗੀ ਜਦੋਂ ਟਰੰਪ ਆਉਂਦੇ ਨੇ? ਵਾਰਸ ਦਾ ਕੀ ਬਣੇਗਾ? ਯੂਕਰੇਨ ਵਾਰ, ਇਜ਼ਰਾਈਲ ਵਾਰ, ਹੈ ਨਾ, ਇਹ ਸਾਰੀਆਂ ਔਰ ਤਮਾਮ ਤਰ੍ਹਾਂ ਦੇ ਹੋਰ ਵੀ ਸਿਚੁਏਸ਼ਨਸ ਜਿਹੜੀਆਂ ਬਣੀਆਂ ਹੋਈਆਂ ਨੇ। ਚਾਈਨਾ ਦੇ ਨਾਲ ਕਿੱਦਾਂ ਦੇ ਰਿਲੇਸ਼ਨਸ ਹੋਣਗੇ, ਕਿਉਂਕਿ ਚਾਈਨਾ ਦਾ ਫੈਕਟਰ ਦਾ ਮੋਸਟ ਇੰਪੋਰਟੈਂਟ ਫੈਕਟਰ, ਉਹਦਾ ਇਹਨਾਂ ਇਲੈਕਸ਼ਨਸ ਦੇ ਵਿੱਚ ਕੋਈ ਜ਼ਿਕਰ ਹੀ ਨਹੀਂ ਹੋਇਆ, ਜਿਸ ਤਰ੍ਹਾਂ ਉਹ ਟ੍ਰੇਡ ਵਾਰ ਚਾਹੁੰਦਾ ਹੈ। ਔਰ ਡੋਨਲਡ ਟਰੰਪ ਨੇ ਤਾਂ ਆਪਣੀ ਫਰਸਟ ਟਰਮ ਦੇ ਵਿੱਚ ਹੀ ਇਸ ਚੀਜ਼ ਨੂੰ ਸ਼ੁਰੂ ਕਰ ਦਿੱਤਾ ਸੀ, ਚਾਈਨਾ ਦੇ ਉੱਤੇ ਟੈਰਿਫਸ ਲਗਾਉਣੇ, ਟੈਕਸਿਸ ਲਗਾਉਣੇ, ਔਰ ਜੋ ਬਾਈਡਨ ਨੇ ਉਸੇ ਚੀਜ਼ ਨੂੰ ਕੰਟੀਨਿਊ ਕੀਤਾ। ਔਰ ਅੱਜ ਵੀ ਉਹੀ ਸਥਿਤੀ ਹੈ। ਔਰ ਇਹਦੇ ਵਿੱਚ ਚਾਈਨਾ ਕਿੱਦਾਂ ਸਰਵਾਈਵ ਕਰ ਰਿਹਾ, ਇਹ ਵੀ ਦੇਖਣ ਵਾਲੀ ਗੱਲ ਹੈ। ਔਰ ਸਟਿਲ ਚਾਈਨਾ ਇੱਕ ਬਹੁਤ ਵੱਡਾ ਚੈਲੰਜ ਦੇ ਰਿਹਾ ਹੈ ਯੂਨਾਈਟਿਡ ਸਟੇਟਸ ਆਫ ਅਮਰੀਕਾ ਨੂੰ, ਕਿਉਂਕਿ ਜਿਹੜੀਆਂ ਮਾਰਕੀਟਸ US ਕੋਲ ਨੇ, ਉਹਨਾਂ ਮਾਰਕੀਟਸ ਨੂੰ ਕਿੱਦਾਂ ਕੈਪਚਰ ਕਰਨ ਦੀ ਕੋਸ਼ਿਸ਼ ਕਰ ਰਿਹਾ, ਆਪਣੀ ਪ੍ਰੋਡਕਟਸ ਸਸਤੀ ਤੋਂ ਸਸਤੀ ਵੇਚਦਾ, ਉਹ ਆਪਣੀ ਇੱਕ ਅਲੱਗ ਸਟ੍ਰੈਟਜੀ ਲੈ ਕੇ ਚੱਲਦਾ। ਸੋ ਇਹ ਟ੍ਰੇਡ ਵਾਰ। ਔਰ ਐਕਸਪਰਟਸ ਕਿਤੇ ਨਾ ਕਿਤੇ ਇਹ ਵੀ ਕਹਿੰਦੇ ਪਏ ਨੇ ਕਿ ਜਿਸ ਤਰ੍ਹਾਂ ਇਹ ਸਾਰੀ ਟ੍ਰੇਡ ਵਾਰ ਵਾਸਤੇ ਇਕਨੋਮਿਕਸ ਨੂੰ ਡਿਜ਼ਾਈਨ ਕਰਦੇ ਪਏ ਨੇ ਡੋਨਲਡ ਟਰੰਪ, ਟੈਰਿਫਸ ਐਂਡ ਲੋਕਲ ਟੈਕਸਿਸ ਐਂਡ ਆਲ ਦ ਟੈਕਸਿਸ, ਜੋ ਵੀ ਇਹ ਸਾਰਾ ਡਿਜ਼ਾਈਨ ਹੁੰਦਾ ਪਿਆ ਹੈ, ਕਿਤੇ ਇਹਦੇ ਨਾਲ ਅਮਰੀਕਾ ਆਈਸੋਲੇਸ਼ਨ 'ਚ ਨਾ ਚਲਾ ਜਾਏ, ਇਕੱਲਾ ਨਾ ਪੈ ਜਾਏ। ਇਸ ਗੱਲ ਨੂੰ ਵੀ ਧਿਆਨ 'ਚ ਰੱਖਣਾ ਹੈ, ਸਭ ਨੂੰ ਨਾਲ ਕਿਵੇਂ ਲੈ ਕੇ ਚੱਲਣਾ ਹੈ, ਕਿਉਂਕਿ ਲੋਕਲ ਇੰਡਸਟਰੀ ਨੂੰ ਵੀ ਬਚਾਉਣਾ ਜ਼ਰੂਰੀ ਆ ਕਿ ਅਮਰੀਕਾ ਦੀ ਆਪਣੀ ਲੋਕਲ ਇੰਡਸਟਰੀ ਬਚੀ ਰਹੇ, ਮੈਨੂਫੈਕਚਰਿੰਗ ਹੁੰਦੀ ਰਹੇ, ਜੌਬਸ ਵੱਧਦੀਆਂ ਰਹਿਣ। ਸਸਟੇਨੇਬਲ ਡਿਵੈਲਪਮੈਂਟ, ਜਿਹਦੇ 'ਚ ਸਭ ਨੂੰ ਜੌਬ ਮਿਲਦੀ ਹੈ, ਉਹੀ ਸਸਟੇਨੇਬਲ ਡਿਵੈਲਪਮੈਂਟ ਹੁੰਦੀ ਹੈ। ਜਦੋਂ ਸਾਰੇ ਹੱਥ ਕੰਮ ਕਰ ਰਹੇ ਨੇ, ਸਾਰੇ ਦਿਮਾਗ ਕੰਮ ਕਰ ਰਹੇ ਨੇ, ਤੇ ਆਪੇ ਦੇਸ਼ ਤਰੱਕੀ ਕਰ ਰਿਹਾ, ਇਕੋਨਮੀ ਤਰੱਕੀ ਕਰ ਰਹੀ ਹੈ। ਸਭ ਕੋਲ ਜੌਬ ਹੋਣੀ ਚਾਹੀਦੀ ਹੈ। ਔਰ ਇਸ ਵਾਰ ਇਸ ਜੋ ਲਾਸਟ ਮੰਥ ਦੇ ਵਿੱਚ 12,000 ਦੇ ਕਰੀਬ ਜੌਬਸ ਐਡ ਅਪ ਹੋਈਆਂ, ਨਵੀਆਂ ਕ੍ਰੀਏਟ ਹੋਈਆਂ। ਔਰ ਉਸ ਤੋਂ ਪਿਛਲੇ ਮਹੀਨੇ 2 ਲੱਖ ਤੋਂ ਉੱਤੇ ਗਈਆਂ ਸੀ। ਸੋ ਉਹ ਵੀ ਇੱਕ ਫੈਕਟਰ ਮੰਨਦੇ ਨੇ ਐਕਸਪਰਟਸ। 2 ਮਹੀਨੇ ਪਹਿਲਾਂ 2 ਲੱਖ ਜੌਬਸ ਕ੍ਰੀਏਟ ਹੋ ਰਹੀਆਂ ਨੇ ਔਰ ਪਿਛਲੇ ਮਹੀਨੇ 12,000 ਰਹਿ ਗਈਆਂ ਨੇ। ਵਾਈ? ਦੇਖੋ, ਉਹਨਾਂ ਦੇਸ਼ ਦੇ ਬਹੁਤ ਸਾਰੇ ਫੈਕਟਰਸ ਨੇ। ਪੂਰੀ ਦੁਨੀਆ ਦੀ ਇਕੋਨਮੀ ਹੈ, ਪੂਰੀ ਦੁਨੀਆ ਦੀ GDP ਹੈ, ਬਟ ਜਨਤਾ ਹੈ, ਪਬਲਿਕ ਹੈ, ਪਬਲਿਕ ਦੀ ਸੋਚ ਕਾਊਂਟ ਕਰੇਗੀ। ਸੋ ਐਕਸਪਰਟਸ ਇਹ ਮੰਨਦੇ ਨੇ ਕਿ ਜੇ ਇੱਦਾਂ ਆਪਾਂ ਟੈਰਿਫਸ ਐਂਡ ਟੈਕਸਿਸ ਦਾ ਖੇਡ ਖੇਡਾਂਗੇ ਔਰ ਐਕਸਪੋਰਟ ਇੰਪੋਰਟ ਦੇ ਉੱਤੇ ਗੇਮ ਖੇਡੀ ਜਾਏਗੀ, ਤਾਂ ਕਿਤੇ ਅਮਰੀਕਾ ਇਕੱਲਾ ਨਾ ਪੈ ਜਾਏ। ਕਿਉਂਕਿ ਜੋ ਡੋਨਲਡ ਟਰੰਪ ਦੀ ਪਾਲਿਸੀ ਹੈ, ਅਮਰੀਕਾ ਫਸਟ, ਉਹਦੇ ਉੱਤੇ ਬਹੁਤ ਸਾਰੇ ਫੈਕਟਰਸ ਕੰਮ ਕਰਨਗੇ, ਉਹਨਾਂ ਨੂੰ ਦੇਖਣਾ ਪਏਗਾ। ਔਰ ਟਰੰਪ ਜੋ ਡਾਲਰ ਦੀ ਸਥਿਤੀ ਚਾਹੁੰਦੇ ਨੇ ਵਰਲਡ ਟ੍ਰੇਡ ਦੇ ਵਿੱਚ, ਵਰਲਡ ਮਾਰਕੀਟ ਦੇ ਵਿੱਚ, ਉਸ ਚੀਜ਼ ਨੂੰ ਵੀ ਕੰਸੀਡਰ ਕਰਨਾ ਪਏਗਾ। ਸੋ ਹਜੇ ਬਹੁਤ ਵੱਡੀ ਰਿਸਪੌਂਸਿਬਿਲਿਟੀ ਆ। ਔਰ ਟ੍ਰੇਡ ਵਾਰ ਤੋਂ ਬਾਅਦ ਆਪਾਂ ਜਿਹੜੀਆਂ ਲੜਾਈਆਂ ਝਗੜੇ, ਬੰਬਾਂ ਤੋਪਾਂ ਗੋਲੀਆਂ ਦੀਆਂ ਲੜਾਈਆਂ ਨੇ, ਉਹਦੇ ਬਾਰੇ ਵੀ ਗੱਲ ਕਰਾਂਗੇ। ਟ੍ਰੇਡ ਵਾਰ ਇਹ ਚੱਲਦੀ ਪਈ ਆ ਔਰ ਇਹਦੇ ਬੇਸ ਦੇ ਉੱਤੇ ਜਿਹੜੀ ਫੋਰਨ ਪੋਲਿਸੀ ਬਣੇਗੀ, ਕਿਸ ਦੇਸ਼ ਦੇ ਨਾਲ ਕਿੱਦਾਂ ਦੇ ਡਿਪਲੋਮੈਟਿਕ ਰਿਲੇਸ਼ਨਸ ਹੋਣ, ਟ੍ਰੇਡ ਦੇ, ਬਿਜ਼ਨਸ ਦੇ ਰਿਲੇਸ਼ਨਸ ਹੋਣ, ਕਲਚਰਲ ਰਿਲੇਸ਼ਨਸ ਹੋਣ, ਇਹ ਸਭ ਚੀਜ਼ਾਂ ਡਿਸਕਸ ਹੋ ਰਹੀਆਂ ਨੇ। ਇਹ ਸਭ ਦੇ ਉੱਤੇ ਪਲੈਨਿੰਗ ਹੋ ਰਹੀ ਹੈ, ਕਿਉਂਕਿ ਕਲਚਰ ਖਾਸ ਰੋਲ ਅਦਾ ਕਰਦਾ ਹੈ। ਸੌਫਟ ਪਾਵਰ ਹੈ, ਹਾਰਡ ਪਾਵਰ ਤਾਂ ਹਰ ਥਾਂ 'ਤੇ ਇਸਤੇਮਾਲ ਨਹੀਂ ਨਾ ਕੀਤੀ ਜਾ ਸਕਦੀ। ਮਤਲਬ ਇੱਕ ਵੱਡੇ ਵੱਡੇ ਟੈਕਸਿਸ ਲਗਾਉਣਾ ਵੀ ਇੱਕ ਹਾਰਡ ਪਾਵਰ ਹੋ ਗਈ, ਬੰਬਾਂ ਤੋਪ ਗੋਲੇ ਚਲਾਉਣਾ ਵੀ ਹਾਰਡ ਪਾਵਰ ਹੋ ਗਈ। ਪਰ ਸੌਫਟ ਪਾਵਰ, ਕਲਚਰ, ਇਸ ਦਾ ਵੀ ਇਸਤੇਮਾਲ ਕਰਨਾ ਹੁੰਦਾ ਕਿ ਇੱਕ ਦੇਸ਼ ਦੂਜੇ ਦੇਸ਼ ਦੇ ਲੋਕਾਂ ਦੇ ਮਨਾਂ ਦੇ ਉੱਤੇ ਆਪਣਾ ਪ੍ਰਭਾਵ ਪਾਉਂਦਾ। ਔਰ ਜਦੋਂ ਕੋਈ ਦੂਸਰੇ ਦੇਸ਼ ਦੇ ਲੋਕ ਤੁਹਾਡੇ ਕਲਚਰ ਦਾ ਅਸਰ ਆਪਣੇ ਮਨ ਦੇ ਉੱਤੇ ਲੈ ਲੈਣ, ਤਾਂ ਉਹ ਤੁਹਾਡੇ ਰੰਗ ਦੇ ਵਿੱਚ ਰੰਗੇ ਜਾਂਦੇ ਨੇ। ਇਹ ਵੀ ਇੱਕ ਚੀਜ਼ ਆ, ਇਹ ਵੀ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਨ ਦੀ ਗੱਲ ਹੁੰਦੀ ਆ। ਔਰ ਸਿਆਣੇ ਕਹਿੰਦੇ ਨੇ ਕਿ ਰਾਜਾ ਉਹ ਹੁੰਦਾ ਜਿਹੜਾ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕਰਦਾ ਹੈ। ਜ਼ਮੀਨ ਦੇ ਉੱਤੇ ਰਾਜ ਕਰਨਾ ਤੇ ਸੈਕਿੰਡ ਸਟੈਪ ਹੈ ਨਾ, ਉਸ ਤੋਂ ਬਾਅਦ ਦੀ ਗੱਲ ਹੈ।
ਪਹਿਲਾਂ ਤਾਂ ਦਿਲਾਂ ਦੇ ਉੱਤੇ ਰਾਜ ਕਰਨਾ ਜ਼ਰੂਰੀ ਹੈ। ਸੋ ਇਹ ਸੌਫਟ ਪਾਵਰ, ਕਲਚਰ ਦੀ ਪਾਵਰ ਇਸ ਗੱਲ ਦਾ ਓਪਰਚੁਨਿਟੀ ਦਿੰਦੀ ਹੈ, ਮੌਕਾ ਦਿੰਦੀ ਹੈ ਲੋਕਾਂ ਦੇ ਮਨਾਂ ਦੇ ਉੱਤੇ ਰਾਜ ਕਰਨ ਦੀ, ਔਰ ਉਹ ਵੀ ਫੋਰਨ ਪਾਲਿਸੀ ਦਾ ਹਿੱਸਾ ਹੁੰਦਾ। ਸੋ ਇਹ ਸਾਰਾ ਕੁਝ ਡਿਜ਼ਾਈਨ ਹੋਣਾ। ਔਰ ਅੱਜ ਦੀ ਦੁਨੀਆ ਇੰਟਰਨੈਟ ਦੀ ਦੁਨੀਆ ਹੈ, ਤਾਂ ਕਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ, ਸੋਸ਼ਲ ਮੀਡੀਆ ਪਾਵਰਫੁਲ ਹੈ ਔਰ ਉਹਦੀ ਰੇਂਜ ਬਹੁਤ ਜ਼ਿਆਦਾ ਹੈ, ਉਹਦਾ ਅਸਰ ਬਹੁਤ ਜ਼ਿਆਦਾ ਹੈ, ਉਹਨੂੰ ਕਿੱਦਾਂ ਡਿਜ਼ਾਈਨ ਕੀਤਾ ਜਾਏਗਾ, ਦੈਟ ਇਜ਼ ਫੋਰਨ ਪਾਲਿਸੀ। ਔਰ ਇਹਨਾਂ ਸਾਰੇ ਇਸ਼ੂਜ਼ ਦੇ ਵਿੱਚੋਂ ਫਿਰ ਜਦੋਂ ਆਪਾਂ ਅੱਗੇ ਆਉਂਦੇ ਹਾਂ, ਫਿਰ ਆਉਂਦੀ ਹੈ ਵਾਰਸ। ਹੁਣ ਵਾਰਸ ਤਾਂ ਚੱਲਦੀਆਂ ਪਈਆਂ ਨੇ, ਯੂਕਰੇਨ ਤੇ ਰਸ਼ੀਆ ਦੀ ਵਾਰ ਚੱਲਦੀ ਪਈ ਹੈ, ਇਜ਼ਰਾਈਲ ਦੀ ਵਾਰ ਚੱਲਦੀ ਪਈ ਹੈ, ਔਰ ਯੂਨਾਈਟਿਡ ਸਟੇਟਸ ਆਫ ਅਮਰੀਕਾ ਸਪੋਰਟ ਕਰ ਰਿਹਾ ਹੈ ਬਾਈਡਨ ਐਡਮਿਨਿਸਟ੍ਰੇਸ਼ਨ। ਨਾਓ ਟਰੰਪ ਐਡਮਿਨਿਸਟ੍ਰੇਸ਼ਨ ਜਨਵਰੀ ਔਨਵਰਡਸ 2025 ਉਹਦੇ ਵਿੱਚ ਕੀ ਡਿਜ਼ਾਈਨ ਹੋਏਗਾ? ਫਿਲਹਾਲ ਯੂਕਰੇਨ ਨੂੰ ਸਪੋਰਟ ਮਿਲ ਰਹੀ ਹੈ, ਟਰੰਪ ਯੂਕਰੇਨ ਨੂੰ ਸਪੋਰਟ ਕਰਨਗੇ। ਟਰੰਪ ਜ਼ੈਲੈਂਸਕੀ ਦੀ ਜਿਹੜੀ ਉਹ ਵਿਕਟਰੀ ਪਲਾਨ ਹੈ ਉਹਨੂੰ ਸਪੋਰਟ ਕਰਨਗੇ। ਮਾਰ-ਆ-ਲਾਗੋ ਦੇ ਵਿੱਚ ਡੋਨਲਡ ਟਰੰਪ ਨੇ ਫੋਨ ਦੇ ਉੱਤੇ ਗੱਲ ਕੀਤੀ ਹੈ ਜ਼ੈਲੈਂਸਕੀ ਨਾਲ, ਤੇ ਫੋਨ ਦੇ ਉੱਤੇ ਉਹਨਾਂ ਨੇ ਐਲਨ ਮਸਕ ਨੂੰ ਵੀ ਲਿੱਤਾ ਹੈ, ਯਾਰ ਇਹ ਤਿੰਨਾਂ ਨੇ ਗੱਲ ਕੀਤੀ ਹੈ। ਐਲਨ ਮਸਕ ਵੀ ਵਿੱਚ ਰਹੇ ਨੇ। ਹੁਣ ਇਹ ਕੀ ਗੱਲਬਾਤ ਹੋਈ, ਕੀ ਗੱਲਬਾਤ ਨਹੀਂ ਹੋਈ, ਇਹ ਕੋਈ ਕੁਝ ਨਹੀਂ ਕਹਿ ਸਕਦਾ। ਇਹ ਤਾਂ ਜਦੋਂ ਰਿਪੋਰਟਸ ਬਾਹਰ ਆਉਣਗੀਆਂ ਤਾਂ ਪਤਾ ਲੱਗੇਗਾ। ਯੈਸ। ਔਰ ਦੂਸਰੇ ਪਾਸੇ ਜਦੋਂ ਆਪਾਂ ਇਜ਼ਰਾਈਲ ਦੀ ਗੱਲ ਕਰਦੇ ਹਾਂ ਤਾਂ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਬਹੁਤ ਜ਼ੋਰ ਸ਼ੋਰ ਨਾਲ ਇਹ ਗੱਲ ਕਹਿ ਰਹੀ ਹੈ ਕਿ ਲੈਬਨਾਨ ਦੇ ਵਿੱਚ ਜੋ ਲੋਕਾਂ ਦਾ ਹਾਲ ਹੋ ਰਿਹਾ ਹੈ ਹਿਊਮੈਨਿਟੇਰੀਅਨ ਮੈਥਡਸ ਦੇ ਮੁਤਾਬਿਕ ਉਹ ਬਹੁਤ ਹੀ ਬੁਰਾ ਹੈ। ਲੇਡੀਜ਼ ਦੇ ਰੇਪ ਹੋ ਰਹੇ ਨੇ, ਬੱਚਿਆਂ ਦੇ ਨਾਲ ਜੋ ਹਾਲਾਤ ਹੋ ਰਹੇ ਨੇ, ਬਜ਼ੁਰਗਾਂ ਦਾ ਤੇ ਬਿਮਾਰਾਂ ਦਾ ਤੇ ਆਪਾਂ ਹੁਣ ਕੀ ਜ਼ਿਕਰ ਕਰਨਾ ਹੈ, ਬਟ ਇਹ ਇੰਟਰਨੈਸ਼ਨਲ ਵਾਰ ਕ੍ਰਾਈਮ ਆ, ਔਰ ਜੋ ਵੀ ਇਸ ਵਾਰ ਕ੍ਰਾਈਮ ਵਾਸਤੇ ਜ਼ਿੰਮੇਵਾਰ ਨੇ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਔਰ ਨਾਲ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ ਇਹ ਵੀ ਕਹਿ ਰਹੀ ਹੈ ਕਿ ਜਿਹੜੀ ਕਲਾਈਮੇਟ ਚੇਂਜ ਹੋ ਰਹੀ ਹੈ, ਕੁਦਰਤ ਨੂੰ ਨੁਕਸਾਨ ਹੋ ਰਿਹਾ ਹੈ, ਉਹਦਾ ਆਪਾਂ ਕੀ ਕਰਨਾ ਹੈ, ਉਹਦੇ ਵਿੱਚ ਯੂਨਾਈਟਿਡ ਸਟੇਟਸ ਆਫ ਅਮਰੀਕਾ ਕੀ ਰੋਲ ਅਦਾ ਕਰੇਗਾ। ਇਹ ਵੀ ਇੱਕ ਇੰਪੋਰਟੈਂਟ ਇਸ਼ੂ ਆ, ਔਰ ਇਹਦੇ ਉੱਤੇ ਟਰੰਪ ਐਡਮਿਨਿਸਟ੍ਰੇਸ਼ਨ ਕੀ ਡਿਸੀਜ਼ਨ ਲੈਂਦੀ ਹੈ ਇਹ ਵੀ ਦੇਖਣਾ ਪਏਗਾ। ਔਰ ਨਾਟੋ ਕੰਟਰੀਜ਼ ਦਾ ਜੋ ਗਰੁੱਪ ਹੈ ਉਹਦੇ ਬਾਰੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਕੀ ਸਟੈਂਡ ਲੈਂਦਾ ਉਹ ਵੀ ਦੇਖਣਾ ਪਏਗਾ। ਸੋ ਇਹ ਖਾਸ ਮੁੱਦੇ ਨੇ ਜਿਹਦੇ ਉੱਤੇ ਆਪਾਂ ਗੱਲ ਕਰਦੇ ਹਾਂ। ਤੇ ਕਨਕਲੂਡ ਕਰੀਏ ਤਾਂ ਟੈਕਸ ਕੱਟਸ, ਟੈਰਿਫਸ ਐਂਡ ਇਮੀਗ੍ਰੈਂਟਸ ਨੂੰ ਲੈ ਕੇ ਜੋ ਡਿਸੀਜ਼ਨ ਹੋਣੇ ਨੇ ਬਾਰਡਰ ਸਿਕਿਉਰ ਕਰਨ ਵਾਸਤੇ, ਇਹ ਮੇਨ ਚੀਜ਼ਾਂ ਖੇਡਦੀਆਂ ਪਈਆਂ ਨੇ। ਐਂਡ ਆਫ ਕੋਰਸ ਟੌਪ ਤੇ ਰਹੇਗੀ ਇਕੋਨਮੀ, ਕਿਉਂਕਿ ਜਿੰਨੀ ਜ਼ਬਰਦਸਤ ਇਕੋਨਮੀ ਹੋਏਗੀ ਉਨਾ ਜ਼ਬਰਦਸਤ ਤੁਹਾਡਾ ਮੁਲਕ ਯੂਨਾਈਟਿਡ ਸਟੇਟਸ ਆਫ ਅਮਰੀਕਾ ਸਟੈਂਡ ਕਰੇਗਾ ਪੂਰੀ ਦੁਨੀਆ ਦੇ ਵਿੱਚ। ਦੈਟ ਇਜ਼ ਦ ਕਰਕਸ। ਤੁਸੀਂ ਕੀ ਵਿਚਾਰ ਰੱਖਦੇ ਹੋ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ? ਆਪਣੇ ਵਿਚਾਰ ਜ਼ਰੂਰ ਸਾਨੂੰ ਇਨਬਾਕਸ ਕਰੋ। ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਇੰਡੀਆ ਇੰਟਰਨੈਸ਼ਨਲ। ਮੈਂ ਹਾਂ ਸੰਜੀਵ ਯਸ਼ ਖੰਨਾ। ਸਤਿ ਸ਼੍ਰੀ ਅਕਾਲ।